फरीदा दर दरवाजे जाए के क्यों डिठो घड़ियाल ये ने दोसा मारिए हम दोसा दा क्या हाल। घड़िए घड़िए मारिए पैरी ले सजाए सोहेड़ा कड़ियाल जो दुखी रैन बिहाए दुखी रैन बिहाए। पाप कमावने तेरा कोई नहीं हो बेली पाप कमावने तेरा कोई नहीं हो बेली कमावने तेरा कोई नहीं हो बेली पाप 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 कमावने तेरा कोई नहीं हो बेली 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 तेरी बाट दहेली तेरी बाट दहेली तेरी वाट दोहेली तेरी वाट दोहेली पाप कमावने तेरा कोई नहीं हो बेली पाप कमावने तेरा कोई नहीं हो बेली पाप कमावने तेरा कोई नहीं हो बेली पाप कमावने तेरा कोई नहीं हो बेली। ਬਿਹਾਗੜੇ ਰਾਗ ਵਿੱਚ ਗੁਰੂ ਪੰਜਵੀਂ ਪਾਤਸ਼ਾਹ ਮਹਾਰਾਜ ਜੀ ਆਪਣੇ ਮਨ ਨੂੰ ਮੁਖਾਤਬ ਕਰਕੇ ਸਾਨੂੰ ਉਪਦੇਸ਼ ਕਰ ਰਹੇ ਹਨ। ਇਹ ਜੀਵ ਨੂੰ ਤਰ੍ਹਾਂ ਤਰ੍ਹਾਂ ਦੀਆਂ ਮਿਸਾਲਾਂ ਦੇ ਕੇ ਸੰਸਾਰ ਵਿੱਚੋਂ ਪ੍ਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਨਕਾਏ ਵਾਤੜਿਆ ਤੇਰੀ ਵਾਟ ਦਹੇਲੀ ਰਾਮ ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਇਸ ਜੀਵ ਦਾ ਰਸਤਾ ਜਿਹੜਾ ਹੈ ਉਹ ਵਿਖੜਾ ਹੈ। ਇਸ ਸੰਸਾਰ ਸਾਗਰ ਵਿੱਚ ਆ ਕੇ ਪਰ ਇਹ ਭੁੱਲ ਗਿਆ ਆਪਣੇ ਰਸਤੇ ਨੂੰ। ਮੈਂ ਇਸ ਸੰਸਾਰ ਵਿੱਚੋਂ ਕੂਚ ਕਰਨਾ ਹੈ, ਜਿਸ ਰਸਤੇ ਤੋਂ ਲੰਘਣਾ ਹੈ ਉਹ ਰਸਤਾ ਬੜਾ ਬਰੀਕ ਹੈ। ਖੰਨਿਓ ਤਿੱਖੀ ਵਾਲਿਓ ਨਿੱਕੀ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦ ਦਾ ਪੰਥ ਸਮਾਰ ਸਵੇਰਾ। ਕਹਿੰਦੇ ਨੇ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ ਹੈ ਅਤੇ ਵਾਲ ਨਾਲੋਂ ਵੀ ਬਰੀਕ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵਾਲਿਓ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣਿਆ ਏ। ਫਿਰ ਉਹ ਕਿੰਨੀ ਸੁੰਨਸਾਨ ਜਗ੍ਹਾ ਏ ਜਿੱਥੋਂ ਦੀ ਗੁਜ਼ਰਨਾ ਹੈ। ਕਹਿੰਦੇ ਨੇ ਉਹ ਪੁਲ ਜਿਹੜਾ ਹੈ ਉਹ ਵਾਲ ਨਾਲੋਂ ਵੀ ਬਰੀਕ ਹੈ, ਚੌੜਾ। ਇੰਨਾ ਚੌੜਾ ਹੈ ਕਿ ਵਾਲ ਨਾਲੋਂ ਵੀ ਬਰੀਕ ਹੈ। ਤੋ ਕਹਿੰਦੇ ਨੇ ਜਿੱਥੋਂ ਗੁਜ਼ਰਨਾ ਹੈ ਉੱਥੇ ਸੁੰਨ ਸਨਾਟਾ ਹੈ, ਕੋਈ ਆਵਾਜ਼ ਨਹੀਂ ਆ ਰਹੀ ਕਿਸੇ ਦੀ, ਕੋਈ ਨਹੀਂ, ਇਕੱਲਾ ਤੂੰ ਹੀ ਹੈ। ਬਾਬਾ ਫਰੀਦ ਸਾਹਿਬ ਨੇ ਇੱਕ ਜਗ੍ਹਾ ਹੋਰ ਲਿਖਿਆ ਹੈ, ਵਿੰਦਣ ਖੂਈ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ। ਉਜਾੜ ਰੂਪੀ ਖੂਈ ਹੈ ਔਰ ਉੱਥੇ ਡਰ ਲੱਗਦਾ ਹੈ।
ਤੇ ਉਜਾੜ ਰੂਪੀ ਖੂਹੀ ਵਿੱਚੋਂ ਜਦੋਂ ਇਹ ਜੀਵ ਰੂਪੀ ਇਸਤਰੀ ਜਿਹੜੀ ਹੈ ਇਹ ਨਾਮ ਰੂਪੀ ਪਾਣੀ ਭਰਨ ਵਾਸਤੇ ਇਸ ਸੰਸਾਰ ਵਿੱਚ ਮਨੁੱਖੀ ਚੋਲਾ ਲੈ ਕੇ ਉਤਰੀ ਹੈ। ਵਿੰਦਨ ਖੋਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕੋਈ ਸੰਗੀ ਨਾਲ ਨਹੀਂ, ਕੋਈ ਸਾਥੀ ਨਾਲ ਨਹੀਂ, ਕੋਈ ਸਲਾਹਕਾਰ ਵੀ ਨਹੀਂ ਹੈ, ਕੋਈ ਗੱਲ ਕਰਨ ਵਾਲਾ ਵੀ ਨਾਲ ਨਹੀਂ ਹੈ। ਤੋ ਕਹਿੰਦੇ ਨੇ ਜਦੋਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਚੰਗੀ ਤਰ੍ਹਾਂ ਦੇਖਿਆ ਵਿਚਾਰ ਕੇ, ਅਖੀਰ ਤੇ ਕਹਿੰਦੇ ਜਾ ਫਿਰ ਦੇਖਾ ਤੂੰ ਮੇਰਾ ਅੱਲੋ ਬੇਲੀ। ਕਹਿੰਦੇ ਹੁਣ ਇੱਥੇ ਜਾ ਨਹੀਂ ਜਾਂਦੀ ਕੋਈ, ਨਾ ਕੋਈ ਮੇਰਾ ਸੱਜਣ ਮਿੱਤਰ, ਨਾ ਵਾਕਫਕਾਰ ਹੈ, ਇੱਕ ਹੈ ਜਾਂ ਫਿਰ ਦੇਖਾ ਤੂੰ ਮੇਰਾ ਅੱਲੋ ਬੇਲੀ। ਕਹਿੰਦੇ ਕਿ ਪਰਮਾਤਮਾ ਹੀ ਮੇਰਾ ਬੇਲੀ ਹੈ। ਤੇ ਪਰਮਾਤਮਾ ਨੂੰ ਭੁੱਲ ਕੇ ਬੈਠੇ ਹੋਏ ਆ ਇੱਥੇ। ਕੋਈ ਕਿਸੇ ਕੰਮ ਨੂੰ ਤੁਰਿਆ, ਕੋਈ ਕਿਸੇ ਕੰਮ ਨੂੰ ਤੁਰਿਆ, ਸਮਾਂ ਨਹੀਂ ਹੈ। ਇਹ ਕਿਸੇ ਨੂੰ ਸੂਝ ਨਹੀਂ, ਬੂਝ ਨਹੀਂ ਆ ਰਹੀ, ਕੋਈ ਵਿਚਾਰ ਨਹੀਂ ਕਰ ਰਿਹਾ ਕਿ ਅੱਜ ਤੇ ਮੇਰੇ ਕੋਲ ਸਮਾਂ ਨਹੀਂ ਹੈ, ਫਿਰ ਸਮਾਂ ਕਦੋਂ ਲੱਗੇਗਾ। ਜਿਨ੍ਹਾਂ ਵਾਸਤੇ ਇਹਦੇ ਕੋਲ ਸਮਾਂ ਨਹੀਂ ਹੈ, ਕੀ ਉਹ ਸਾਥ ਜਾਣਗੇ ਸਾਡੇ? ਕੌਣ ਆਪਣਾ ਹੈ? ਇਸ ਸੰਸਾਰ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇਸ ਉਜਾੜ ਰੂਪੀ ਖੂਹੀ ਵਿੱਚ ਮੈਂ ਨਾਮ ਰੂਪੀ ਪਾਣੀ ਭਰਨ ਵਾਸਤੇ ਆਈ ਹੋਈ ਹਾਂ। ਆਪਣੇ ਆਪ ਇਸਤਰੀ ਕਹਿ ਕੇ ਪਰਮਾਤਮਾ ਨੂੰ ਦੇ ਨਾਮ ਨੂੰ ਉਹਨਾਂ ਪਾਣੀ ਕਿਹਾ ਹੈ। ਸਾਨੂੰ ਸਮਝਾਇਆ ਹੈ, ਕਹਿੰਦੇ ਨੇ ਕਿ ਉਜਾੜ ਹੈ ਭਾਵ ਜਿੱਥੇ ਵਾਕਫਕਾਰ ਕੋਈ ਨਾ ਹੋਵੇ। ਬਾਂਹ ਜਿਹੜੀ ਹੈ ਇੱਧਰ ਵੀ ਖਾਲੀ ਇੱਧਰ ਵੀ ਖਾਲੀ ਹੈ, ਕੋਈ ਫੜਨ ਵਾਲਾ ਨਹੀਂ। ਜੀਵ ਜਿਹੜਾ ਹੈ ਇਹ ਤਰ੍ਹਾਂ ਤਰ੍ਹਾਂ ਦੇ ਸੰਸਾਰ 'ਚ ਰਿਸ਼ਤੇਦਾਰੀ ਦੇ ਨਾਤੇ ਗੱਡ ਕੇ ਬੈਠਾ ਹੋਇਆ ਹੈ। ਅਸਲ ਵਿੱਚ ਇੱਕ ਨਾਤਾ ਹੈ ਜਿਸ ਦਾ ਇਸ ਨੂੰ ਫਿਕਰ ਹੀ ਨਹੀਂ ਹੈ। ਉਹ ਨਾਤਾ ਹੈ ਗੁਰੂ ਦਾ ਤੇ ਸੇਵਕ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਬਾਲਾ ਮਰਦਾਨਾ ਨਾਲ ਹੈ ਤੇ ਮਹਾਰਾਜ ਜੀ ਨੇ ਜਿੰਨਾ ਸਫ਼ਰ ਕੀਤਾ ਪੈਦਲ ਕੀਤਾ ਹੈ। ਉਸ ਵੇਲੇ ਸਮਾਂ ਵੀ ਇਸ ਤਰ੍ਹਾਂ ਦਾ ਸੀ। ਚਲਦੇ 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 ਤੁਰੇ ਗਏ। ਜੰਗਲ ਦਾ ਰਸਤਾ ਸੀ, ਸਾਰੀ ਰਾਤ ਤੁਰੇ ਰਹੇ। ਜਿਸ ਵੇਲੇ ਤੁਰੇ ਜਾਂਦੇ ਨੇ ਉਜਾੜ ਬੀਆਬਾਨ ਦੇ ਵਿੱਚ ਇੱਕ ਪਿੰਡ ਆਇਆ। ਪਿੰਡ ਦੇ ਬਾਹਰ ਜੰਗਲ ਸੀ ਜਿੱਥੇ ਖਲੋਤੇ ਹੋਏ ਨੇ ਤੇ ਮਾਰੇ ਕਹਿੰਦੇ ਨੇ ਭਈ ਇਸ ਤਰ੍ਹਾਂ ਕਰੀਏ, ਅੰਮ੍ਰਿਤ ਵੇਲਾ ਹੋ ਗਿਆ ਹੈ ਤੇ ਅੰਮ੍ਰਿਤ ਵੇਲਾ ਜਿਹੜਾ ਹੈ ਇਹ ਸਿਮਰਨ ਕਰਨ ਦਾ ਹੈ। ਜਿਉਂ ਹੀ ਮਰਦਾਨਾ ਵੀ ਲੰਮੇ ਪੈ ਜਾਂਦਾ ਹੈ, ਬਾਲਾ ਵੀ ਥੱਕ ਟੁੱਟ ਕੇ ਲੰਮੇ ਪੈ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੌਂਕੜਾ ਮਾਰਿਆ, ਆਸਣ ਮਾਰਿਆ ਹੈ। ਆਸਣ ਮਾਰ ਕੇ ਇੱਥੇ ਸਿਮਰਨ ਤੇ ਬੈਠੇ ਨੇ। ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾ। ਕਹਿੰਦੇ ਦੁਨੀਆ ਦੀ ਪ੍ਰੀਤ ਛੱਡ ਕੇ ਕੀ ਕਰਨਾ ਚਾਹੀਦਾ ਹੈ? ਜਦੋਂ ਪ੍ਰਭਾਤ ਦਾ ਵੇਲਾ ਹੋਵੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੁਣ ਇੱਥੇ ਵਿਚਾਰ ਆਈ, ਕਿਉਂ ਉਹ ਵੇਲਾ ਹੀ ਕਿਉਂ ਲਿਆ ਹੈ? ਪਿਆਰੀ ਸਾਧ ਸੰਗਤ, ਉਹ ਵੇਲਾ ਤਾਂ ਹੈ ਸਾਰਾ ਦਿਨ ਜੀਵ ਕੰਮ 'ਚ ਖਚਿਤ ਹੋਇਆ ਰਹਿੰਦਾ ਹੈ। ਕਦੀ ਕੋਈ ਕੰਮ ਕਰਨਾ ਹੈ, ਕਦੀ ਕਿਸੇ ਨੂੰ ਮਿਲਣਾ ਹੈ, ਕਦੀ ਕਿਸੇ ਨੂੰ ਦੇਣਾ ਹੈ, ਕਿਸੇ ਕੋਲ ਲੈਣਾ ਹੈ। ਇਹ ਲੈਣ ਦੇਣ ਦੇ ਝੰਜਟ ਵਿੱਚ ਹੀ, ਇਹ ਮਿਲਣ ਦੇ ਝੰਜਟ ਵਿੱਚ ਹੀ ਸਾਰੀ ਦਿਹਾੜੀ ਗੁਜ਼ਾਰ ਦਿੰਦਾ ਹੈ। ਫਿਰ ਰਾਤ ਨੂੰ ਥੱਕ ਟੁੱਟ ਕੇ ਸੌਂ ਜਾਂਦਾ ਹੈ। ਜਦੋਂ ਸੌਂ ਜਾਂਦਾ ਹੈ ਤਾਂ ਸਾਡਾ ਦਿਮਾਗ ਫਿਰ ਫਰੈਸ਼ ਹੋ ਜਾਂਦਾ ਹੈ। ਜਦੋਂ ਦਿਮਾਗ ਫਰੈਸ਼ ਹੋ ਜਾਂਦਾ ਹੈ
तो उस वेले की करना चाहिए है, सानू अपनी बिरती अपनी सुरती जिहड़ी है संसार नाल तोड़ के सिमरन नाल जोड़नी चाहिए है। नाउ प्रभाते शब्द ध्याइए छोड़ो दुनी प्रीता, कहते दुनिया की प्रीत छड़ देनी चाहिए है। पर की कारण आदत पई हुई है, मन पुठियां चालां चलदा अंदर सिमरन ते बैठदा, उस वेले फिर की हुंदा है, इनू याद कराउंदा है अज फलाने ने आउणा है, अज फलाने दे पैसे देने ने, उहदा इकरार आ गया है, जां अज हस्पताल भी जाना है, दवाई लैन जाना है, फलाने की दवाई बच्ची दवाई लैन जाना है। कई तरह के गल की मन में घाड़ता जिन्हें वो मन खड़ियां करता है, इनू ये प्रभात दे जिहड़ा समा है उन्होंने गवाउण वास्ते। धन गुरु नानक देव महाराज जी वो की करते हैं, चौंकड़ा मार के सिमरन ते बैठे ने, इन्हें चिर की होया एक बड़ी दर्दनाक चीख पिंड दे विचों आई। रात का वेला होवे, चुपचाप कायनात होवे, ते जिहड़ी बोली है आवाज़ जिहड़ी है वो बड़ी दूर तक जाती है। क्यों? उन्होंने डकण वाला कोई नहीं, कोई आवाज़ नहीं डकण वाली उसमें। वो गुरु नानक देव महाराज ने इस इंज भाषिया जिवें कोई वैन पा रहे है, कोई मर जाए तो वैन पा रहे है। इसलिए ये दर्दनाक आवाज़ जिहड़ी सी उसने गुरु नानक देव महाराज की समाधि लगन नहीं दी। उन्होंने कहा मर्दानिया उठ, जा जाके देख कौन है। ये अमृत वेले ते सिमरन करन दा वेला है, ये कोई रोण दा वेला नहीं है। तो जे जानिए तो सारा दिन बंदा रोंदा ही रहिंदा है, चिंता दे विच पिया होया है, उत्थे जाना है, उन्होंने मिलना है, उहदा करना है, ये करना है, काम आ काम करदा रह गया है, ये सारा दिन बंदा रोंदा रहिंदा है। पर उस वेले की करना चाहिए है, उस वेले परमात्मा नूं याद करना चाहिए है। धन गुरु नानक देव महाराज जी कहते हैं मर्दानिया जा देख, ये कोई रो रहा है, जा जाके वेख की गल है, इनू चुप करा के आ। हुण मर्दाना जांदा है आवाज़ की सेध उत्ते, क्योंकि वो इलाका नवां सी, पता नहीं सी रस्ता किधर है, डांडे मींडे जाता है, पैलियां विचों दी जाता है, वो जिधरों आवाज़ आउंदी सी उधर नूं गल की वो तुरिया जाता है। अगे पिंड आ गया, पिंड विच जिस महल्ले विचों आवाज़ आउंदी सी उधर नूं तुर पिया। हुण जिसले तुर पिया उधर नूं, अगे जाके की वेख्या दरवाज़ा खुला है, बत्ती जग रही है। कोई 27-28 साल की एक लड़की है, उन्हें अपनियां जुल्फां खलारियां हुई ने, तो वह कभी पिटना शुरू कर देंदी है, कभी रोना शुरू कर देंदी है, कभी अपने वाल खोंदी है, तो चीकां कढ़दी है तरह तरह दियां। उन्हें कहा भी इहो ही आवाज़ आती सी। ये मरदाना जड़ा सी खुला दरवाज़ा सी, अंदर निकल गया। अंदर निकल गया, अगे जाके की वेख्या बीबी जड़ी है उसने भी इन्हूं तक्या है, तो उन्होंने जाके पूछया भैणा तू क्यों रो रही है, तेनू की तकलीफ है। महापुरख संसार का दुख दूर करने वास्ते आउंदे ने, वो संसार के दुखों को अपने सिर ते चुक के ते जीव नूं सुखी करने की कोशिश करते हैं, पर जीव नूं दुख ही इहो जिहे लगे हुए हैं जिहड़े ये त्याग छड्ड सकदा ही नहीं है। उसने मर्दाने ने पूछा बेटी
ਭੈਣਾ ਦੱਸ ਤੈਨੂੰ ਕੀ ਤਕਲੀਫ ਹੈ। ਆਦਮੀ ਲੰਮੇ ਪਿਆ ਸੀ, ਉਧਰ ਇਸ਼ਾਰਾ ਕਰਕੇ ਉਂਗਲ ਦੇ ਨਾਲ ਕਹਿੰਦੀ ਹੈ ਆਹ ਮੇਰਾ ਖਾਵੰਦ ਹੈ, ਮੇਰਾ ਆਦਮੀ ਹੈ। ਇਹ ਬਿਮਾਰ ਚੱਲ ਰਿਹਾ ਸੀ, ਅੱਜ ਇਹਨੇ ਦਮ ਤੋੜ ਦਿੱਤਾ ਹੈ। ਇਹ ਮੇਰਾ ਸਾਥ ਛੱਡ ਕੇ ਸੰਸਾਰ 'ਚ ਚਲਾ ਗਿਆ ਹੈ, ਹੁਣ ਮੈਂ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਾਂਗੀ। ਮਰਦਾਨਾ ਸਤਸੰਗੀ ਸੀ, ਗੁਰੂ ਦੀ ਸੰਗਤ ਕੀਤੀ ਸੀ। ਜਿਸਲੇ ਮਰਦਾਨੇ ਨੇ ਇਸ਼ਾਰਾ ਕੀਤਾ, ਕਹਿੰਦੇ ਨੇ ਬੇਟੀ ਇਹ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਸਵਾਏ ਦੁੱਖਾਂ ਤੋਂ ਕੁਛ ਵੀ ਨਹੀਂ ਹੈ ਹੋਰ। ਔਰ ਇਸ ਸੰਸਾਰ ਵਿੱਚੋਂ ਇੱਕ ਨਾ ਇੱਕ ਦਿਨ ਹਰ ਇੱਕ ਨੇ ਜਾਣਾ ਹੈ। ਪਤਾ ਨਹੀਂ ਆਦਮੀ ਨੇ ਪਹਿਲਾਂ ਚਲੇ ਜਾਣਾ ਹੈ ਕਿ ਇਸਤਰੀ ਨੇ ਪਹਿਲਾਂ ਚਲੇ ਜਾਣਾ ਹੈ। ਕਹਿੰਦੇ ਨੇ ਇੱਥੇ ਇਹ ਜਵਾਨ ਅਵਸਥਾ ਵਿੱਚ ਹੈ, ਕਈ ਬਜ਼ੁਰਗ ਅਵਸਥਾ ਵਿੱਚ ਜਾਂਦੇ ਨੇ। ਕਹਿੰਦੇ ਮਾਇਆਵੀ ਸੰਸਾਰ ਹੈ, ਇੱਥੇ ਦੇ ਵਿਛੋੜਾ ਹਰ ਇੱਕ ਨੂੰ ਪੈਣਾ ਹੈ। ਕਿਸੇ ਦਾ ਧਨ ਗਵਾ ਜਾਂਦਾ ਤਾਂ ਰੋਂਦਾ ਹੈ, ਧਨ ਚੋਰੀ ਹੋ ਜਾਂਦਾ ਹੈ ਤਾਂ ਰੋਂਦਾ ਹੈ, ਕਿਸੇ ਦਾ ਆਦਮੀ ਚਲੇ ਜਾਂਦਾ ਤਾਂ ਰੋਂਦਾ ਹੈ, ਕਿਸੇ ਦਾ ਪੁੱਤਰ ਚਲੇ ਜਾਂਦਾ ਤਾਂ ਰੋਂਦਾ ਹੈ। ਕਹਿੰਦੇ ਨੇ ਇਹ ਤਾਂ ਬੜੀ ਵੱਡੀ ਫੁਲਵਾੜੀ ਹੈ। ਮਰਦਾਨਾ ਬੜੇ ਤਰੀਕੇ ਨਾਲ ਸਮਝਾ ਰਿਹਾ ਹੈ। ਕਹਿੰਦੇ ਨੇ ਬੇਟੀ ਬਹੁਤ ਵੱਡੀ ਫੁਲਵਾੜੀ ਹੈ, ਇਸ ਫੁਲਵਾੜੀ ਵਿੱਚੋਂ ਇਸ ਜੀਵ ਰੂਪੀ ਫੁੱਲ ਨੇ ਟੁੱਟਣਾ ਇੱਕ ਦਿਨ। ਇਸ ਦੇਹ ਇਤਿਹਾਸ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਵੇਲੇ ਤੁਰ ਜਾਣਾ ਹੈ। ਆਪਾਂ ਸਾਰੇ ਮਾਲਕ ਦੀ ਖੇਤੀ ਹੈ। ਉਹ ਕਿਸਾਨ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਖੇਤੀ ਨੂੰ ਛੋਟੀ ਵੱਢ ਲਏ, ਡੰਗਰਾਂ ਨੂੰ ਚਾਰ ਲਏ, ਜਾਂ ਸਿੱਟੇ 'ਤੇ ਆਈ ਹੈ ਕਣਕ ਉਹਨੂੰ ਫੇਰ ਵੱਢ ਕੇ ਗੁੱਜਰਾਂ ਦੇ ਹਵਾਲੇ ਕਰ ਦੇ, ਉਹਦੇ ਪੈਸੇ ਵੱਟ ਲਏ, ਇਹਨੂੰ ਵੱਢ ਦੇਵੇ। ਅਤੇ ਜਾਂ ਫਿਰ ਕੋਈ ਸੰਸਾਰੀ ਆਪਦਾ ਆ ਜਾਵੇ, ਜਿਵੇਂ ਗੜਾ ਮਾਰ ਹੋ ਜਾਂਦੀ ਹੈ, ਇਹ ਫੁਲਵਾੜੀ ਵਿੱਚੋਂ ਫੁੱਲ ਨੇ ਟੁੱਟਣਾ ਜ਼ਰੂਰ ਹੈ। ਗੁਰੂ ਸਾਹਿਬ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਅੰਦਰ ਹੀ ਅੰਦਰ, ਅਤੇ ਮਰਦਾਨਾ ਅੱਗੋਂ ਜਵਾਬ ਦੇ ਰਿਹਾ, ਦੱਸ ਰਿਹਾ ਉਸਨੂੰ। ਕਹਿੰਦੇ ਬੇਟਾ ਇਹ ਸੰਸਾਰ ਫਨਾ ਦਾ ਦੇਸ਼ ਹੈ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂਓ ਖਿੜੀਆਂ ਰਹਿਣੀਆਂ। ਸਦਾ ਨਹੀਂਓ ਖਿੜੀਆਂ ਰਹਿਣੀਆਂ, ਕਿ ਸਦਾ ਨਹੀਂਓ ਖਿੜੀਆਂ ਰਹਿਣੀਆਂ। ਸਦਾ ਨਹੀਂਓ ਖਿੜੀਆਂ ਰਹਿਣੀਆਂ, ਸਦਾ ਨਹੀਂਓ ਖਿੜੀਆਂ ਰਹਿਣੀਆਂ। ਕਿ ਸਦਾ ਨਹੀਂ ਜੇ ਖਿੜੀਆਂ ਰਹਿਣੀਆਂ, ਕਿ ਸਦਾ ਨਹੀਂਓ ਖਿੜੀਆਂ ਰਹਿਣੀਆਂ। ਸਦਾ ਨਹੀਂਓ ਖਿੜੀਆਂ ਰਹਿਣੀਆਂ, ਸਦਾ ਨਹੀਂਓ ਖਿੜੀਆਂ ਰਹਿਣੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ
सदा नहीं हो खिड़ियां रहनियां तन जो बिन फुल्ला दियां वाड़ियां सदा नहीं हो खिड़ियां रहनियां तन जो बन फुल्ला दियां वाड़ियां सदा नहीं हो खिड़ियां रहनियां तन जो बन फुल्ला दियां वाड़ियां सदा नहीं हो खिड़ियां रहनियां। फुलाड़ी विचों फुल टुट जावे बड़ा अफसोस लगता है पर कर कुछ नहीं सकता या टुट ही गया उन तो मरझाना ही है। मर्दाने ने बहुत समझाने की कोशिश की ज्यों ज्यों मर्दाना समझाता है त्यों त्यों वो देवी जिहड़ी है वो ज़्यादा रोंदी है वो ज़्यादा दुखी हुंदी है। प्यारी साध संगत महापुरुष जदों समझाते हैं उदों बड़े तरीके वरतते हैं जिवें पंजवीं पातशाही महाराज ने कहा है अनकाए रातड़िया तेरी वाट देहली राम। ये बड़ी बड़ी उन्होंने एक चेतावनी दी है गुरु अर्जन देव जी ने। अनकाए रातड़िया अनकाए कहते किथे किहड़ी जगह के उत्ते तू रंगिया होया है किहड़ी जगह ते फसिया पिया है कदे अपने रस्ते नूं सोचा है। अनकाए रातड़िया तेरी वाट देहली राम कहते तेरा रास्ता बड़ा बिखड़ा है औखा है टेढ़ा है। पर ये दुनिया वाल झाती मार के सोचता है कहता सारी दुनिया के नाल आपदा आई हुई है मैं कल्ला इत्थे। ये वेखो वेखी इसे करके सारा दुख सही जा रहा है। गुरु साहब कहते जग रचना सब झूठ है जान लियो रे मीत। कहते संसार की रचना झूठी है ये चंगी तरह जान लै। इनू पता भी है शरीर अपना नहीं घर अपना नहीं परिवार अपना नहीं पर फिर भी गंढ इन्नी पीढ़ी पाई हुई है छड्डण नूं जी नहीं करता। कहता मैं कुछ कर जावां व्यापार परिवार वास्ते ये कहता मैं कुछ कर जावां। प्यारी साध संगत कदी ये नहीं सोचा जिमें पहलों मैं क्या विंदन खुई मुंद कैली ना को साथी ना को बेली। कहते मूर्खा तू तो इस उजाड़ दे विच संसार रूपी उजाड़ दे विच आया है इत्थे तेरा सक्का कोई भी नहीं है। तेरा अपना कोई भी नहीं है। रे मन तेरा कोई नहीं खिंच ले तेरा भार। कहते मना तेरा संसार च कोई नहीं जो तेरा वजन चुकेगा। बड़ा यत्न किया बहुत यत्न किया समझाउण दा वो ज्यों ज्यों गल की मर्दाना समझाउंदा है त्यों त्यों उहदा दुख जिहड़ा है वो फोड़े वांगू वो फिसदा है तो त्यों त्यों ज़्यादा रौला पाउंदी रोंदी है। तो मर्दाना जिहड़ा सी चुप करके गल की वो वापस आ गया उसे जंगल विच जिथों गुरु नानक देव जी ने भेजा से उन्होंने कोल आ गया। कहते सच्चे पातशाह ये मेरे वस का रोग नहीं मैं उन्हें समझा सका। कहते की होया है कहते महाराज वह तो 27-28 साल का या 30 साल का आदमी पूरा हो गया है लड़की का वो रो रही है। तो सच्चे पातशाह कली है उन्होंने समझाउण वाला भी लागे कोई नहीं है पर जे उन्होंने समझाउण वास्ते मैनूं भेजिया है तो कहते महाराज वो जरा भी मेरी गल नूं समझ नहीं सकती। वो समझदी नहीं इस गल नूं कि संसार अपना नहीं। कोई क्यों नहीं समझदी की कारण एक पंक्ति में बोलदा हुन्ना है
ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਸਮਝੇਗਾ ਤੇ ਉਹੀ ਗਾ ਨਾ ਜਿਹਦੀ ਅਵਸਥਾ ਬ੍ਰਹਮ ਗਿਆਨ ਵੀ ਜਾਵੇਗੀ, ਪਰ ਸਾਡੀ ਤੇ ਦੁਨੀਆ ਦੇ ਗਿਆਨ ਵਿੱਚ ਸਾਡੀ ਅਵਸਥਾ ਹੈ, ਉਹ ਕਿਵੇਂ ਸਮਝ ਲਏ? ਇਸੇ ਅਵਸਥਾ ਵਿੱਚੋਂ ਤੇ ਗੱਲ ਕੀ ਸਤਿਗੁਰ ਕੱਢਣਾ ਚਾਹੁੰਦੇ ਨੇ। ਇਹਦੀ ਅਵਸਥਾ ਜਿਹੜੀ ਹੈ ਸੰਸਾਰ ਦੇ ਗਿਆਨ 'ਚੋਂ ਕੱਢ ਕੇ ਬ੍ਰਹਮ ਗਿਆਨ 'ਚ ਲੈ ਜਾਈਏ। ਜਿੰਨਾ ਮਰਜੀ ਧਨ ਕੋਲ ਆ ਜਾਵੇ, ਫਿਰ ਵੀ ਗੱਲ ਕੀ ਇਹ ਜੀ ਕੀ ਕਰਦਾ ਹੈ, ਜਾ ਕੇ ਮਾਲਕ ਅੱਗੇ ਆਪਣੇ ਇਸ਼ਟ ਦੇਵ ਅੱਗੇ ਜਾ ਕੇ ਅਰਦਾਸਾਂ ਕਰਦਾ ਜੀ ਮੈਨੂੰ ਆਹ ਚੀਜ਼ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਇੱਕ 10 ਬਸਤ ਲੈ ਪਾਛੇ ਪਾਵੇ, ਇੱਕ ਬਸਤ ਕਾਰਨ ਬਖੋਟ ਗਵਾਵੇ। ਕਹਿੰਦੇ ਮੂਰਖਾ ਤੈਨੂੰ 10 ਚੀਜ਼ਾਂ ਮਾਲਕ ਨੇ ਦਿੱਤੀਆਂ ਹੋਈਆਂ ਨੇ, 10 ਨਿਆਮਤਾਂ ਦਿੱਤੀਆਂ ਹੋਈਆਂ ਨੇ, 10 ਚੀਜ਼ਾਂ ਨੂੰ ਤੂੰ ਵਰਤ ਰਿਹਾ ਹੈ। ਫਿਰ ਇਹ ਕੀ ਕਰਦਾ, ਗੁੱਸੇ ਵਿੱਚ ਆ ਜਾਂਦਾ ਹੈ। ਜੇ ਉਹ ਗੁਰੂ ਨਹੀਂ ਦਿੰਦਾ, ਇੱਕ ਚੀਜ਼ ਜਿਹੜੀ ਮੰਗਦਾ ਨਹੀਂ ਦਿੰਦਾ, ਤੇ 10 ਵਿੱਚੋਂ ਇਹਦਾ ਖਿਆਲ ਨਹੀਂ ਹੈ ਮਹਾਰਾਜ ਨੇ ਮੈਨੂੰ 10 ਚੀਜ਼ਾਂ ਦਿੱਤੀਆਂ ਨੇ ਤੇ ਮੈਂ ਇਹਦਾ ਸ਼ੁਕਰਾਨਾ ਹੀ ਕਰ ਦੇਵਾਂ, ਨਹੀਂ। ਇਹ ਫਿਰ ਕੀ ਕਰਦਾ, ਗੁਰੂ ਨਾਲ ਵਿਗੜ ਜਾਂਦਾ ਹੈ। ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇੱਕ ਵੀ ਨਾ ਦਏ 10 ਵੀ ਹਰ ਲੈ। ਕਹਿੰਦੇ ਮੂਰਖਾ ਜਿਹੜੀ ਇੱਕ ਮੰਗਣਾ ਉਹ ਨਹੀਂ ਦਿੰਦਾ, ਤੇ ਜਿਹੜੀਆਂ 10 ਤੈਨੂੰ ਦਿੱਤੀਆਂ ਨੇ ਉਹ ਵੀ ਹਿਰ ਲੈਂਦਾ, ਤੇਰੇ ਕੋਲ ਖਿੱਚ ਲੈਂਦਾ ਹੈ। ਇੱਕ ਵੀ ਨਾ ਦਏ 10 ਵੀ ਹਿਰ ਲੈ ਤੋ ਮੂੜਾ ਕਿਆ ਕਰੇ। ਕਹਿੰਦੇ ਫਿਰ ਮੂਰਖਾ ਤੂੰ ਕੀ ਕਰ ਸਕਦਾ ਹੈ? ਕਹਿੰਦੇ ਜਿਸ ਠਾਕਰ ਸੇ ਉਹ ਨਾ ਹੀ ਚਾਰਾ ਤਾਕੂ ਕੀਜੇ ਸਦ ਨਮਸਕਾਰਾ। ਜਿਸ ਪਰਮਾਤਮਾ ਅੱਗੇ ਸਾਡਾ ਹੋਰ ਕੋਈ ਨਹੀਂ ਚੱਲਣਾ, ਸਾਡੀ ਆਵਾਜ਼ ਨਹੀਂ ਜਾਣੀ, ਸਾਡੀ ਆਵਾਜ਼ ਨੂੰ ਤਾਲਾ ਲੱਗਿਆ ਹੈ। ਕਾਹਦਾ ਕਾ ਤਾਲਾ ਲੱਗਿਆ ਹੈ? ਬੱਜਰ ਕਪਾਟ ਦਾ। ਬੱਜਰ ਕਪਾਟ ਕਿਹਨੂੰ ਕਿਹਾ ਜਾਂਦਾ ਹੈ? ਬਜਰੀ, ਰੇਤਾ, ਸੀਮਟ, ਸਰੀਆ ਤੇ ਕੀ ਕਰਦੇ ਹਾਂ ਅਸੀਂ, ਕਹਿੰਦੇ ਲੈਂਟਰ ਲਾ ਲਈਏ, ਇਹਨੂੰ ਕਹਿੰਦੇ ਨੇ ਬੱਜਰ ਕਪਾਟ। ਬੱਜਰ ਕਪਾਟ ਨਾ ਖੋਲਣੀ ਗੁਰ ਸ਼ਬਦ ਖਲੀਜੈ। ਕਹਿੰਦੇ ਨੇ ਲੱਗਾ ਤੇ ਬੱਜਰ ਕਪਾਟ ਦਾ ਤਾਲਾ ਹੈ, ਪਰ ਗੁਰੂ ਦੇ ਸ਼ਬਦ ਦਾ ਅਭਿਆਸ ਕਰੂਗਾ ਤੇ ਫਿਰ ਖੁੱਲੇਗਾ। ਗੁਰ ਸ਼ਬਦ ਖਲੀਜੇ, ਗੁਰੂ ਦਾ ਸ਼ਬਦ ਹੀ ਖੋਲੇਗਾ। ਜਿਉਂ ਜਿਉਂ ਅਸੀਂ ਅਭਿਆਸ ਕਰਨੇ ਆ ਤਿਉਂ ਤਿਉਂ ਸਾਡੇ ਅੰਦਰ ਵਿਰਾਗ ਪੈਦਾ ਹੁੰਦਾ ਹੈ। ਜਿਉਂ ਜਿਉਂ ਅਸੀਂ ਸ਼ਬਦ ਦਾ ਸਿਮਰਨ ਕਰਦੇ ਹਾਂ ਤਿਵੇਂ ਤਿਵੇਂ ਸਾਡੇ ਅੰਦਰ ਵਿਰਾਗ ਪੈਦਾ ਹੋਵੇਗਾ। ਜਿਹੜੀ ਦੁਨੀਆ ਦੀ ਪਕੜ ਹੈ ਉਹ ਢਿੱਲੀ ਹੁੰਦੀ ਜਾਏਗੀ। ਜਦੋਂ ਦੁਨੀਆ ਦੀ ਪਕੜ ਢਿੱਲੀ ਹੁੰਦੀ ਜਾਏਗੀ ਤੇ ਫਿਰ ਕੀ ਹੋਵੇਗਾ, ਹੌਲੀ ਹੌਲੀ ਸਾਡਾ ਮਨ ਜਿਹੜਾ ਹੈ ਫਿਰ ਉਹ ਢਿੱਲਾ ਪੈ ਜਾਏਗਾ ਵੀ ਇਹ ਤਾਂ ਮੇਰੀ ਪਕੜ 'ਚੋਂ ਬਾਹਰ ਜਾ ਰਿਹਾ ਹੈ, ਇਹ ਤਾਂ ਗੁਰੂ ਦੇ ਗਿਆਨ ਨਾਲ ਜੁੜ ਰਿਹਾ ਹੈ। ਗੁਰੂ ਤੇ ਸੰਸਾਰ ਵਿੱਚ ਆਇਆ ਹੈ। ਗੁਰੂ ਗਿਆਨ ਗੰਗਾ ਗੁਰ ਸਾਗਰ, ਗੁਰੂ ਗਿਆਨ ਗੰਗਾ ਗੁਰ ਸਾਗਰ। ਕਹਿੰਦੇ ਗੁਰੂ ਤੇ ਗਿਆਨ ਦਾ ਸਮੁੰਦਰ ਹੈ। ਕਿਹੜੇ ਗਿਆਨ ਦਾ ਸਮੁੰਦਰ ਹੈ? ਕਹਿੰਦੇ ਜਿਹਦਾ ਪਾਣੀ ਬੜਾ ਪਵਿੱਤਰ ਹੈ। ਅਸੀਂ ਕਦੀ ਇਹ ਖਿਆਲ ਨਹੀਂ ਕੀਤਾ ਕਿ ਗੁਰੂ ਦੇ ਮੁਖ ਵਿੱਚੋਂ ਜੋ ਵਚਨ ਨਿਕਲਦਾ ਹੈ ਪਵਿੱਤਰ ਹੈ। ਅਸੀਂ ਇਹ ਵਿਚਾਰ ਨਹੀਂ ਕੀਤੀ ਕਿੰਨਾ ਪਵਿੱਤਰ ਹੈ। ਕਹਿੰਦੇ ਜਿਸ ਤਰ੍ਹਾਂ ਅਸੀਂ ਗੰਗਾ ਦਾ ਜਲ ਪਵਿੱਤਰ ਗਿਣਨੇ ਹਾਂ। ਤੋ ਕਹਿੰਦੇ ਨੇ ਜਦੋਂ ਇਹ ਜੀਵ ਉਸ ਨੂੰ ਗੱਲ ਕੀ ਕਰਦਾ ਹੈ, ਉਹਨੂੰ ਕੰਨਾਂ ਦੇ ਰਸਤੇ ਪੀਂਦਾ ਹੈ ਪਰਮ ਪਵਿੱਤਰ ਗਤੇ। ਕਹਿੰਦੇ ਨੇ ਇਹ ਸਭ ਤੋਂ ਉੱਚੀ ਗਤੀ ਨੂੰ ਪ੍ਰਾਪਤ ਹੁੰਦਾ ਹੈ। ਪਰ ਅਫਸੋਸ ਉਹ ਸਮਾਂ ਥੋੜ੍ਹਾ ਹੀ ਹੁੰਦਾ ਹੈ, ਛੇਤੀ ਪਿਛਾਂਹ ਮੁੜ ਆਉਂਦਾ। ਫਿਰ ਮਨ ਫਿਰ ਉਹਨੂੰ ਘਸੀਟ ਕੇ ਫਿਰ ਸੁੱਟਦਾ ਉਸੇ ਖੋਬੇ ਦੇ ਅੰਦਰ, ਉਸੇ ਦਲਦਲ ਦੇ ਵਿੱਚ ਜਿੱਥੋਂ ਨਿਕਲਣਾ ਚਾਹੁੰਦਾ ਹੈ, ਅਵਲ ਤਾਂ ਨਿਕਲਣਾ ਨਹੀਂ ਚਾਹੁੰਦਾ। ਇਸ ਕਰਕੇ ਮਰਦਾਨਾ ਕਹਿੰਦਾ ਮਹਾਰਾਜ ਮੇਰੇ ਵੱਸ ਦਾ ਰੋਗ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਆਉਂਦੇ ਨੇ, ਨਾਲ ਬਾਲਾ ਹੈ,
ਅੱਗੇ ਇੱਕ ਮੂਰਤ ਸੀ, ਹੁਣ 3 ਮੂਰਤਾਂ ਹੋ ਗਈਆਂ ਨੇ। ਹੁਣ ਬਾਲਾ ਵੀ ਤੁਰ ਪਿਆ ਨਾਲ, ਗੁਰੂ ਨਾਨਕ ਦੇਵ ਮਹਾਰਾਜ ਤੁਰ ਪਏ ਨੇ। ਮਰਦਾਨਾ ਫਿਰ ਜਾ ਕੇ ਉਹ ਘਰ ਦੱਸਦਾ ਹੈ, ਮਹਾਰਾਜ ਜੀ ਆਹ ਘਰ ਜੇ ਖੁੱਲ੍ਹਾ। ਹੁਣ ਕੀ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਲੱਗੇ ਹੋਏ ਨੇ। ਚਿੱਟਾ ਦਾੜਾ ਏ, ਬਜ਼ੁਰਗ ਅਵਸਥਾ ਹੈ, ਅਤੇ ਬਾਲਾ ਮਰਦਾਨਾ ਨਾਲ ਨੇ। ਉਹ ਲੜਕੀ ਵੇਖਿਆ ਅੱਗੇ ਇੱਕ ਸੀ, ਹੁਣ 3 ਆ ਗਏ ਨੇ। ਅਤੇ ਕਈ ਵਾਰੀ ਮਨ 'ਚ ਵਿਚਾਰ ਹੁੰਦਾ ਫਿਰ ਲੁੱਟਣ ਵਾਸਤੇ ਆ ਗਏ ਨੇ। ਭਈ ਇਹਨੂੰ ਕਿਸੇ ਨੇ ਕੀ ਲੁੱਟਣਾ ਹੈ, ਇਹ ਤਾਂ ਪਹਿਲਾਂ ਹੀ ਲੁੱਟਿਆ ਗਿਆ ਦਾ। ਜਿਹੜੀ ਚੀਜ਼ ਇਹਨੇ ਲੁੱਟਣੀ ਸੀ ਉਹ ਤਾਂ ਹੋਰ ਕੋਈ ਲੁੱਟ ਕੇ ਲੈ ਗਿਆ। ਉਹ ਤਾਂ ਮਨ ਜਿਹੜਾ ਲੁੱਟੀ ਜਾਣ ਡਿਆ ਹੈ। ਕਦੇ ਕਦੇ ਤੁਸੀਂ ਬੋਲਦੇ ਹੁੰਦੇ ਹੋ, ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਪਿਆਰੇ ਜੀ ਇਹ ਲੁੱਟ ਪੈ ਗਈ ਰਾਮ ਨਾਮ ਦੀ। ਇਹ ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲਓ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਲੁੱਟ ਪੈ ਗਈ ਰਾਮ ਨਾਮ ਦੀ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ, ਇਹ ਲੁੱਟ ਪੈ ਗਈ ਰਾਮ ਨਾਮ ਦੀ। ਨਸੀਬ ਜਿਹੜਾ ਹੈ ਜੀਵ ਦਾ, ਉਹ ਵਿਦ ਮਾਤਾ ਨੇ ਬੜਾ ਅੱਛਾ ਲਿਖਿਆ ਸੀ, ਪਰ ਇਹਦੇ ਵਿੱਚ ਮਿਕਸਚਰ ਹੋ ਗਿਆ। ਨਾਲ ਕੁਝ ਲਿਖਿਆ ਤੇ ਕੁਝ ਪਿੱਛੋਂ ਆਪ ਲਿਖ ਕੇ ਜਾਂਦਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਇਹ ਜੀਵ ਜਿਸ ਤਰ੍ਹਾਂ ਦੀ ਤੇਰੇ ਮੱਥੇ ਉੱਤੇ ਲੇਖ ਲਿਖਿਆ ਗਿਆ ਹੈ, ਉਹ ਤੇਰੇ ਕੋਲ ਹੈ, ਤੇਰੀ ਮੁੱਠੀ ਵਿੱਚ ਹੈ, ਤੇਰੇ ਮਸਤਕ ਵਿੱਚ ਹੈ, ਉਹ ਭੋਗਣਾ ਹੀ ਪੈਣਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਪਰ ਇਹ ਕੀ ਕਰਦਾ ਹੈ, ਕਹਿੰਦਾ ਹੈ, ਜਦੋਂ ਕਈ ਵਾਰੀ ਸੋਚਦਾ ਹੈ, ਕਹਿੰਦਾ ਮੇਰਾ ਕਰਮ ਹੀ ਮਾੜਾ ਹੈ, ਮੰਨ ਲੈਂਦਾ ਹੈ, ਪਰ ਇਹ ਥੋੜ੍ਹੇ ਚਿਰ ਵਾਸਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਬੇਟੀ ਕਿਉਂ ਰੋ ਰਹੀ ਹੈ? ਇਹ ਤੇਰਾ ਕੀ ਲੱਗਦਾ ਸੀ? ਕੌਣ ਹੈ? ਕਹਿੰਦੀ ਜੀ ਮੇਰਾ ਇਹ ਆਦਮੀ ਹੈ, ਇਹ ਗੁਜ਼ਰ ਗਿਆ ਹੈ, ਇਹਨੂੰ ਜਿੰਦਾ ਕਰ ਦਿਓ। ਕਹਿੰਦੇ ਬੇਟਾ ਪਰਮਾਤਮਾ ਮਾਰੇ ਤੇ ਅਸੀਂ ਜਿੰਦਾ ਕਰੀਏ, ਇਹ ਤੇ ਅਸੀਂ ਸ਼ਰੀਕ ਬਣ ਜਾਈਏ ਇਸ ਪਰਮਾਤਮਾ ਦੇ। ਫਿਰ ਤੇ ਸਾਡੇ ਕੋਲ ਜਿੰਦਾ ਹੋ ਨਹੀਂ ਸਕਦਾ।
ਧੰਨ ਗੁਰੂ ਨਾਨਕ ਦੇ ਮਾਰੇ ਸਭ ਕੁਝ ਕਰ ਸਕਦੇ ਸਨ। ਜੋ ਪੁਰਖ ਤੋਂ ਨਾਰੀ ਬਣਾਉਂਦਾ ਹੈ ਤੇ ਨਾਰੀ ਤੋਂ ਪੁਰਖ ਬਣਾ ਦਿੰਦਾ ਹੈ, ਉਹ ਕੁਝ ਨਹੀਂ ਕਰ ਸਕਦਾ। ਉਹ ਸਭ ਕੁਝ ਕਰ ਸਕਦਾ ਸੀ, ਪਰ ਇਹ ਹੈ ਪਰਮਾਤਮਾ ਸ਼ਰੀਕ ਕੋਈ ਨਹੀਂ ਬਣਨਾ ਚਾਹੁੰਦਾ। ਇੱਕ ਨਿੱਕੀ ਜੀ ਗੱਲ ਕੀਤੀ ਸੀ, ਗੁਰੂ ਅੰਗਦ ਦੇਵ ਮਹਾਰਾਜ ਨੂੰ ਪੁੱਛਿਆ, ਮਾਤਾ ਨੇ ਮਾਤਾ ਜੀ ਮੈਨੂੰ ਪੁੱਤਰ ਚਾਹੀਦਾ ਹੈ, ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਅੱਖਾਂ ਬੰਦ ਕਰਕੇ ਆਖਿਆ ਤੇਰੇ ਭਾਗਾਂ ਵਿੱਚ ਹੀ ਨਹੀਂ ਹੈ ਮਾਤਾ। ਸਾਲ ਡੇਢ ਸਾਲ ਸੇਵਾ ਕਰਦੀ ਰਹੀ, ਸਿਰ ਤੇ ਬਾਹਾਂ ਧਰ ਕੇ, ਤੇ ਉਹ ਕੀ ਕਰਦੀ ਹੈ, ਰੋਂਦੀ ਜਾਂਦੀ ਹੈ, ਪਿੱਟਦੀ ਜਾਂਦੀ ਹੈ ਬਾਹਰ ਨੂੰ। ਅੱਗੋਂ ਬਾਹਰੋਂ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਵਿੱਚ ਸਨ ਆਏ, ਤੇ ਉਹਨਾਂ ਨੇ ਬਾਹਰੋਂ ਦਰਬਾਰਲੇ ਦਰਵਾਜ਼ੇ ਵਿੱਚੋਂ ਮਾਤਾ ਨੂੰ ਵੇਖਿਆ ਤੇ ਪੁੱਛਿਆ, ਮਾਤਾ ਇਹ ਤੇ ਦਰ ਉਹ ਹੈ ਜਿੱਥੇ ਰੋਂਦਾ ਆਵੇ ਤੇ ਹੱਸਦਾ ਜਾਂਦਾ ਹੈ, ਪਰ ਤੂੰ ਤੇ ਹੱਸਦੀ ਆਉਣੀ ਹੁੰਦੀ ਹੈ ਸੇਵਾ ਕਰਨ, ਅੱਜ ਰੋਂਦੀ ਜਾ ਰਹੀ ਹੈ। ਤੇ ਉਹ ਕਹਿੰਦੀ ਹੈ, ਅਮਰੂ ਕੀ ਕਰਾਂ, ਗੁਰੂ ਮਹਾਰਾਜ ਨੇ ਕਿਹਾ ਹੈ ਕਿ ਤੇਰੇ ਭਾਗਾਂ ਵਿੱਚ ਕੋਈ ਪੁੱਤਰ ਹੀ ਨਹੀਂ ਹੈ। ਹੁਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਿਆਣੀ ਅਵਸਥਾ ਵਿੱਚ ਸਨ। ਹੁਣ ਕੋਈ ਸੇਵਕ ਕਹਿੰਦਾ ਹੈ ਕਿ ਮੇਰੇ ਗੁਰੂ ਦਰਬਾਰ ਦੀ ਬਦਨਾਮੀ ਹੋਵੇ, ਇਹ ਕੋਈ ਵੀ ਨਹੀਂ ਕਹਿੰਦਾ। ਕਿਉਂ? ਉਹਦਾ ਕੀ ਕਾਰਨ? ਜਿਹਦੀਆਂ ਬੁੱਲਾਂ ਦੇ ਉੱਤੇ ਗੁਰੂ ਘਰ ਦੀ ਸਿਫਤ ਸਲਾਹ ਹੈ, ਪਿਆਰੀ ਸਾਧ ਸੰਗਤ, ਉਹ ਭਾਗਾਂ ਵਾਲਾ ਹੈ। ਜਿਹਦੇ ਬੁੱਲਾਂ ਉੱਤੇ ਆਪਣੇ ਗੁਰੂ ਘਰ ਦੀ ਜਾਂ ਗੁਰੂ ਦੀ ਸਿਫਤ ਸਲਾਹ ਹੈ, ਉਹ ਭਾਗਾਂ ਵਾਲਾ ਹੈ, ਕਿਉਂਕਿ ਉਹ ਤੇ ਗੁਣ ਇਕੱਠੇ ਕਰ ਰਿਹਾ ਹੈ, ਉਹ ਤੇ ਮੋਤੀ ਚੁਗ ਰਿਹਾ ਹੈ। ਇਸ ਨੂੰ ਆਪਣੀ ਬਿਰਤੀ ਕਿੱਦਾਂ ਦੀ ਬਣਾਉਣੀ ਚਾਹੀਦੀ ਹੈ? ਇਸ ਨੂੰ ਬਿਰਤੀ ਬਣਾਉਣੀ ਚਾਹੀਦੀ ਹੈ ਪਿਆਰੀ ਸਾਧ ਸੰਗਤ, ਹੰਸ ਦੀ ਤਰ੍ਹਾਂ। ਹੰਸ ਜਿਹੜਾ ਹੈ, ਉਹਦੇ ਅੱਗੇ ਦੁੱਧ ਦਾ ਕਟੋਰਾ ਰੱਖ ਦਈਏ ਤੇ ਉਹ ਦੁੱਧ ਨਹੀਂ ਪੀਂਦਾ। ਬਹੁਤ ਸਿਆਣਾ ਪੰਛੀ ਹੈ ਹੰਸ। ਉਹ ਕੀ ਕਰਦਾ ਹੈ, ਉਹ ਆਪਣੀ ਚੁੰਝ ਨੂੰ ਕਟੋਰੇ 'ਚ ਫੇਰੀ ਜਾਏਗਾ। ਜਿਵੇਂ ਉਂਗਲ ਦੇ ਨਾਲ ਅਸੀਂ ਕਈ ਵਾਰੀ ਦੁੱਧ ਵਿੱਚ ਜਾਂ ਦਹੀਂ ਵਿੱਚ ਉਂਗਲ ਮਾਰ ਕੇ ਰਲਾਉਂਦੇ ਹਾਂ ਚੀਜ਼ ਨੂੰ, ਨਮਕ ਨੂੰ ਜਾਂ ਮਿੱਠੇ ਨੂੰ ਰਲਾਉਂਦੇ ਹਾਂ, ਇਸ ਤਰ੍ਹਾਂ ਕਰਕੇ ਉਹ ਚੁੰਝ ਮਾਰਦਾ ਹੈ ਹੰਸ। ਉਹ ਜਦੋਂ ਆਪਣੀ ਚੁੰਝ ਨੂੰ ਗੱਲ ਕੀ ਉਹ ਵਿੱਚ ਫੇਰਦਾ, ਦੁੱਧ ਦੇ ਵਿੱਚ ਫੇਰਦਾ, ਕਟੋਰੇ ਫੇਰਦਾ ਹੈ, ਤੇ ਉਹਦੀ ਚੁੰਝ ਵਿੱਚ ਖਟਿਆਸ ਦੀ ਤਾਸੀਰ ਹੁੰਦੀ ਹੈ, ਉਹ ਦੁੱਧ ਫੁੱਟੀਆਂ ਫੁੱਟੀਆਂ ਹੋ ਜਾਂਦਾ ਹੈ। ਉਹ ਜਦੋਂ ਫੁੱਟੀਆਂ ਹੋ ਜਾਂਦਾ ਹੈ ਤੇ ਉਹ ਕੀ ਕਰਦਾ, ਫੁੱਟੀਆਂ ਫੁੱਟੀਆਂ ਖਾ ਲੈਂਦਾ ਹੈ ਤੇ ਪਾਣੀ ਛੱਡ ਕੇ ਤੁਰ ਜਾਂਦਾ ਹੈ। ਮਹਾਂਪੁਰਖ ਕਹਿੰਦੇ ਸਾਡੀ ਬਿਰਤੀ ਹੰਸਾਂ ਵਾਲੀ ਹੋਣੀ ਚਾਹੀਦੀ ਹੈ। ਕਿਉਂ? ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਖਾਣਾ, ਇਹ ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਣ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ, ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ
ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਪਿਆਰੇ ਜੀ ਸੰਗਤ ਵਿੱਚੋਂ ਚੁਗ ਲੈਣਗੇ। ਇਹ ਮੋਤੀ ਚੁਗਣਾ ਹੰਸਾਂ ਦਾ ਏ ਖਾਣਾ ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ ਸੰਗਤ ਵਿੱਚੋਂ ਚੁਗ ਲੈਣਗੇ। ਮੋਤੀ ਚੁਗਣਾ ਹੰਸਾਂ ਦਾ ਏ ਖਾਣਾ ਸੰਗਤ ਵਿੱਚੋਂ ਚੁਗ ਲੈਣਗੇ। ਮਾਤਾ ਨੂੰ ਨੇ ਕਿਹਾ, ਮਹਾਰਾਜ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੀ ਕੋਈ ਨਹੀਂ ਹੈ। ਅਮਰੂ ਮੈਂ ਹੁਣ ਕਿਹੜੇ ਦਰ ਜਾਵਾਂ? ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਤਾ ਜੀ ਰੋ ਕੇ ਨਹੀਂ ਜਾਣਾ, ਇਹ ਮੇਰੇ ਗੁਰੂ ਮਹਾਰਾਜ ਦਾ ਦਰ ਹੈ। ਇੱਥੇ ਰੋਂਦਾ ਹੁੰਦਾ ਤੇ ਹੱਸਦਾ ਜਾਂਦਾ ਹੈ, ਤੂੰ ਵੀ ਗੱਲ ਕੀ? ਇਹ ਵਿਸ਼ਵਾਸ ਰੱਖ। ਉਹਨਾਂ ਦੇ ਕਹਿਣ ਤੇਰੇ ਭਾਗਾਂ ਵਿੱਚ ਨਹੀਂ ਹੈ, ਦੇ ਨਹੀਂ ਮੇਰੇ ਸਤਿਗੁਰ ਤੈਨੂੰ ਜ਼ਰੂਰ ਦੇਣਗੇ। ਅੱਗੋਂ ਗੁਰੂ ਕਹਿ ਰਿਹਾ ਨਹੀਂ ਭਾਗਾਂ ਵਿੱਚ, ਤੇ ਸੇਵਕ ਕਹਿੰਦੇ ਨੇ, ਸੇਵਕ ਨੇ ਅੱਗੋਂ ਜਵਾਬ ਦੇ ਦਿੱਤਾ ਤੇਰੇ ਭਾਗਾਂ ਵਿੱਚ ਜ਼ਰੂਰ ਗਲੀ ਤੈਨੂੰ ਦੇਣਗੇ। ਹੁਣ ਗੁਰੂ ਸੇਵ ਦਾ ਝਗੜਾ ਆ ਗਿਆ ਇੱਥੇ। ਗੁਰੂ ਸਿੱਖ ਕੇ ਬੰਧਨ ਕਾਟੇ, ਗੁਰਖਾ ਸਿੱਖ ਵਕਾਰ ਤੇ ਹਾਟੇ। ਜਦੋਂ ਵਕਾਰ ਤੋਂ ਹਟਦਾ ਤੇ ਫਿਰ ਗੁਰੂ ਨੂੰ ਵੀ ਗੱਲ ਜਿਹੜੀ ਹੈ ਸੇਵਕ ਦੀ ਮੰਨਣੀ ਪੈਂਦੀ ਹੈ, ਉਹ ਗੁਰੂ ਨੂੰ ਵੀ ਮੰਨਣੀ ਪੈਂਦੀ ਹੈ। ਰੱਬ ਨੂੰ ਵੀ ਝੁਕਣਾ ਪੈਂਦਾ ਹੈ ਸੇਵਕ ਦੇ ਅੱਗੇ। ਕਈ ਵਾਰੀ ਜਿਹੜਾ ਰੱਬ ਹੈ ਉਹਨੂੰ ਵੀ ਸੇਵਕ ਦੀ ਗੱਲ ਮੰਨਣੀ ਪੈਂਦੀ ਹੈ। ਪਰ ਜੇ ਸਾਡਾ ਦ੍ਰਿੜ ਵਿਸ਼ਵਾਸ ਹੋਵੇ ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਕੀਤਾ? ਵੇਖਿਆ ਕਿ ਇਹਨੇ ਪੁੱਤਰ ਦੇ ਦਿੱਤਾ ਹੈ ਤੇ ਇੱਕ ਸ਼ਰੀਕ ਦਾ ਕੰਮ ਕਰਤਾ ਹੈ, ਪਰ ਹੈ ਤੇ ਕੰਮ ਮਾੜਾ ਹੈ ਨਾ। ਪਰ ਉਹਨਾਂ ਕਿਹਾ ਨਿਕਲ ਜਾ ਮੇਰੇ ਦਰਬਾਰ ਚੋਂ। ਭਰਾ ਦਾ ਕੁੜਮ ਸੀ, ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦਾ ਕੁੜਮ ਸੀ। ਲੜਕੀ ਵਿਆਹੀ ਸੀ ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੇ ਭਰਾ ਦੇ ਗੱਲ ਕੀ ਲੜਕੇ ਵੱਲ, ਪਰ ਇੱਥੇ ਨਾਤਾ ਨਹੀਂ ਸੀ। ਕਿਉਂਕਿ ਉਹ ਪਹਿਲਾਂ ਜਦੋਂ ਗੱਲ ਕੀ ਆਇਆ ਸੀ ਉਹਨਾਂ ਕਿਹਾ ਕਿ ਉਹਨਾਂ ਕਿਹਾ ਜਾ ਪੁੱਤਰ ਪਹਿਲਾਂ ਗੱਲ ਕੀ ਜਾ ਕੇ ਆਪਣੇ ਗੱਲ ਕੀ ਪਿਤਾ ਜੀ ਨੂੰ ਖਬਰ ਕਰਦੇ ਮੈਂ ਆ ਰਹੇ ਹਾਂ। ਉਹ ਕਹਿੰਦੇ ਨੇ ਕਿ ਪਿਤਾ ਜੀ ਤੁਹਾਡਾ ਕੁੜਮ ਆ ਰਿਹਾ ਹੈ। ਉਹ ਕਹਿੰਦੇ ਕੁੜਮ ਆ ਰਿਹਾ ਤੇ ਫਿਰ ਇੱਥੇ ਸਵਾਗਤ ਹੋਵੇਗਾ। ਉਹ ਕਹਿੰਦੇ ਬੇਟੀ ਤੂੰ ਬੜਾ ਮਾੜਾ ਕੰਮ ਕੀਤਾ ਹੈ। ਨੂੰਹ ਨੂੰ ਕਿਹਾ ਬੜਾ ਮਾੜਾ ਕੰਮ ਕੀਤਾ ਹੈ, ਮੈਂ ਤੇ ਸੇਵਕ ਬਣ ਕੇ ਨਹੀਂ ਆਇਆ ਨਾ, ਮੈਂ ਤੇ ਕੁੜਮ ਬਣ ਕੇ ਨਹੀਂ ਆਇਆ, ਮੈਂ ਤੇ ਸੇਵਕ ਬਣ ਕੇ ਆਇਆ ਹੈ। ਜਾਓ ਜਾ ਕੇ ਉਹਨਾਂ ਨੂੰ ਕਹੋ ਉਹ ਮਹਾਰਾਜ ਜੀ ਉਹ ਸੇਵਕ ਬਣ ਕੇ ਆਇਆ ਹੈ। ਜਦੋਂ ਉਹਨੇ ਦੁਬਾਰਾ ਜਾ ਕੇ ਕਿਹਾ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਨੂੰ, ਜੀ ਉਹ ਸੇਵਕ ਬਣ ਕੇ ਆਇਆ ਮਹਾਰਾਜ ਜੀ, ਉਹ ਕੁੜਮ ਬਣ ਕੇ ਨਹੀਂ ਆਇਆ। ਕਹਿੰਦੇ ਸੇਵਕ ਬਣ ਕੇ ਆਇਆ ਤੇ ਗੁਰੂ ਦਰਬਾਰ ਦੇ ਦਰਵਾਜ਼ੇ ਖੁੱਲ੍ਹੇ ਨੇ, ਸੇਵਾ ਦੇ ਦਰ ਖੁੱਲ੍ਹੇ ਨੇ ਸਾਰਿਆਂ ਦੇ ਵਾਸਤੇ, ਕੋਈ ਵੀ ਸੇਵਾ ਕਰ ਸਕਦਾ ਹੈ। ਸੇਵਾ ਹੈ ਪਰ ਮਨ ਵਿੱਚ ਕਦੀ ਕੋਈ ਇਹ ਨਹੀਂ ਲੈ ਕੇ ਗਲੀ ਸੇਵਾ ਕਰਨੀ ਚਾਹੀਦੀ ਕਿ ਮੈਨੂੰ ਫਲਾਣੀ ਚੀਜ਼ ਮਿਲ ਜਾਏ। ਪਿਆਰੀ ਸਾਧ ਸੰਗਤ ਉੱਥੇ ਹਿਸਾਬ ਖਤਮ ਹੋ ਜਾਣਾ ਇਹਦਾ। ਇਹਦੀ ਜਿੰਨੀ ਕੀਤੀ ਕਤਰੀ ਸੇਵਾ ਸਾਰੀ ਜਿਹੜੀ ਹੈ ਉਹ ਉਸ ਵਸਤੂ ਵਿੱਚ ਆ ਜਾਣੀ ਹੈ। ਇੱਕ ਮਹੀਨਾ ਕਿ ਜੀ ਨੌਕਰੀ ਕਰ ਲਈ, ਤਨਖਾਹ ਮਿਲ ਗਈ, ਫਿਰ ਉਹਦੇ ਸਿਰ ਹਸਾਨ ਕੋਈ ਨਹੀਂ ਹੈ। ਇੱਕ ਸੇਵਾ ਬਦਲੇ, ਇਹ ਸੰਸਾਰੀ ਚੀਜ਼ ਬਦਲੇ, ਅਸੀਂ ਸੇਵਾ ਕੀਤੀ ਹੈ ਤੇ ਫਿਰ ਤੇ ਕੰਮ ਖਰਾਬ ਹੋ ਗਿਆ। ਫਿਰ ਤੇ ਇਹਦੀ ਬੰਦਗੀ ਜਿਹੜੀ ਇੱਥੇ ਰਹਿ ਗਈ। ਇਹਨੇ ਤੇ ਆਪਣੀ ਬੰਦਗੀ ਬਣਾਉਣੀ ਸੀ।
ਫਿਰ ਸਤਿਗੁਰ ਨੂੰ ਪਿੱਛੇ ਨਹੀਂ ਲਾਉਣਾ, ਆਪ ਸਤਿਗੁਰ ਦੇ ਪਿੱਛੇ ਲੱਗਣਾ ਹੈ। ਲੜਕੀ ਨੂੰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਨੇ ਬੇਟੀ ਇਹ ਸੰਸਾਰ ਜਿਹੜਾ ਸਾਰਾ ਮਤਲਬ ਦਾ ਹੈ, ਤੂੰ ਨਾਦਾਨੀ ਨਾ ਕਰ। ਤੂੰ ਆਪਣੇ ਕਰਮ ਲੈ ਕੇ ਆਈ ਹੈ, ਇਹ ਆਪਣੇ ਕਰਮ ਲੈ ਕੇ ਆਇਆ ਹੈ, ਕੀ ਪਤਾ ਤੇਰੇ ਅਗਲੇ ਦਿਨ ਜਿਹੜੇ ਚੰਗੇ ਹੋਰ ਹੋ ਜਾਣ। ਪਰ ਨਾਦਾਨ ਲੜਕੀ ਅਣਜਾਣੀ ਹੈ, ਨਹੀਂ ਸਮਝ ਲਈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਹ ਸਮਝ ਲਿਓ ਨਾਦਾਨ ਦੁਨੀਆ ਮਤਲਬ ਦੀ, 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 ਸਮਝ ਲਿਓ ਨਾਦਾਨ, ਸਮਝ ਲਿਓ ਨਾਦਾਨ, ਸਮਝ ਲਿਓ ਨਾਦਾਨ, ਸਮਝ ਲਿਓ ਨਾਦਾਨ, ਇਹ ਸਮਝ ਲਿਓ ਨਾਦਾਨ ਦੁਨੀਆ ਮਤਲਬ ਦੀ, ਸਮਝ ਲਿਓ ਨਾਦਾਨ ਦੁਨੀਆ ਮਤਲਬ ਦੀ, ਸਮਝ ਲਿਓ ਨਾਦਾਨ ਦੁਨੀਆ ਮਤਲਬ ਦੀ, ਸਮਝ ਲਿਓ ਨਾਦਾਨ ਦੁਨੀਆ ਮਤਲਬ ਦੀ। ਇੱਕ ਸੰਸਾਰੀ ਵਸਤੂ ਪਿੱਛੇ ਮਤਲਬ ਰੱਖ ਲਈਏ। ਇਹ ਜਨਮ ਜਿਹੜਾ ਇਹ ਛੋਟਾ ਹੈ, ਉਹ ਮਹਾਂਪੁਰਖਾਂ ਤੇ ਹੀਰਾ ਕਿਹਾ ਹੈ। ਹੀਰਾ ਸਭ ਤੋਂ ਮਹਿੰਗਾ ਹੁੰਦਾ ਹੈ, ਬੜਾ ਕੀਮਤੀ ਹੁੰਦਾ ਹੈ। ਇੱਥੇ ਇਸੇ ਕਰਕੇ ਉਹਨਾਂ ਕਿਹਾ ਹੈ, ਇਸੇ ਕਰਕੇ ਉਹਨਾਂ ਨੇ ਇਸ਼ਾਰਾ ਕੀਤਾ ਸੰਸਾਰ ਦੇ ਅੰਦਰ ਆ ਕੇ ਇਸ ਹੀਰੇ ਨੂੰ ਕੀ ਕਰਨਾ ਹੈ, ਹੀਰੇ ਨੂੰ ਐਸੀ ਜਗ੍ਹਾ 'ਤੇ ਲਾਓ ਜਿੱਥੇ ਗੱਲ ਕੀ ਇਹ ਹੀਰਾ ਹੀ ਨਜ਼ਰ ਆਵੇ। ਇੱਕ ਹੀਰੇ ਨੂੰ ਅਸੀਂ ਪੈਰਾਂ ਦੀ ਚੀਚੀ ਵਿੱਚ ਪਾ ਲਈਏ ਤੇ ਮੂਰਖ ਹੀ ਕਹਿਣਗੇ ਲੋਕੀ। ਕੋਈ ਹੀਰੇ ਨੂੰ ਕੀ ਹੈ, ਹੀਰੇ ਨੂੰ ਹੱਥ ਦੀ ਚੀਚੀ 'ਚ ਪਾਉਣਾ ਚਾਹੀਦਾ ਹੈ, ਹੱਥ ਦੀ ਉਂਗਲ ਨੂੰ ਪਾਉਣਾ ਚਾਹੀਦਾ ਹੈ, ਗਲੇ 'ਚ ਲਟਕਾਉਣਾ ਚਾਹੀਦਾ ਹੈ। ਪਰ ਆਪਾਂ ਕੀ ਕਰਦੇ ਹਾਂ, ਇੱਕ ਗੰਦੀ ਨਾਲੀ ਦੇ ਵਾਸਤੇ ਵਿੱਚ ਇੱਕ ਅਸੀਂ ਪੈਰ ਪਾ ਕੇ ਕੀ ਕਰਦੇ ਹਾਂ, ਅਸੀਂ ਇਸ ਹੀਰੇ ਜਨਮ ਨੂੰ ਗਵਾ ਦਿੰਦੇ ਹਾਂ। ਇਹ ਸੰਸਾਰ ਗੰਦਗੀ ਦਾ ਢੇਰ ਹੈ। ਇੱਥੇ ਇਹਦੀ ਬੋਲੀ ਵੀ ਗੰਦੀ, ਇਹਦੀ ਕਮਾਈ ਵੀ ਗੰਦੀ, ਇਹਦਾ ਵੇਖਣਾ ਵੀ ਗੰਦਾ, ਇਹਦਾ ਸੁਣਨਾ ਵੀ ਚੁਗਲੀ ਵਾਸਤੇ ਉਹ ਵੀ ਗੰਦਾ। ਇਹ ਗੰਦਗੀ ਦੇ ਢੇਰ ਉੱਤੇ ਬੈਠਾ ਹੋਇਆ ਹੈ। ਕਹਿੰਦੇ ਤੁਛ ਲਾਲਚ, ਥੋੜ੍ਹੇ ਜਿਹੇ ਲਾਲਚ ਬਦਲੇ। ਜੇ ਸੁੱਖ ਮਿਲਦਾ ਹੈ ਤੇ ਉਹ ਥੋੜ੍ਹੇ ਸਮੇਂ ਦਾ ਸੁੱਖ ਮਿਲਦਾ ਹੈ। ਥੋੜ੍ਹੇ ਸਮੇਂ ਦਾ ਸੁੱਖ ਵਾਸਤੇ ਇਹਨੇ ਕੀ ਕੀਤਾ, ਸਾਰੀ ਜ਼ਿੰਦਗੀ ਰੋੜ ਦਿੱਤੀ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਨਹੀਂ, ਹੀਰਾ ਜਨਮ ਗਵਾਇਆ ਲਾਲਚ ਲੱਗ ਦੁਨੀਆ, 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 ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ, ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ, ਓ ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ, ਹੀਰਾ ਜਨਮ ਗਵਾਇਆ ਤੂੰ ਹੀਰਾ ਜਨਮ ਗਵਾਇਆ।
ਹੀਰਾ ਜਨਮ ਗਵਾਇਆ ਲਾਲਚ ਲਗ ਦੁਨੀਆ, ਹੀਰਾ ਜਨਮ ਗਵਾਇਆ ਲਾਲਚ ਲਗ ਦੁਨੀਆ। ਹੀਰਾ ਜਨਮ ਗਵਾਇਆ ਲਾਲਚ ਲਗ ਦੁਨੀਆ, ਹੀਰਾ ਜਨਮ ਗਵਾਇਆ ਲਾਲਚ ਲਗ ਦੁਨੀਆ। ਮਹਾਰਾਜ ਜੀ ਕਹਿੰਦੇ ਬੇਟਾ ਇਹ ਸਰੀਰ ਜਿਹੜਾ ਹੈ ਜਨਮ ਹੈ ਹੀਰਾ ਹੈ, ਇਹਦੇ ਨਾਲ ਸੇਵਾ ਕਰਕੇ ਸਿਮਰਨ ਕਰਕੇ ਅਸੀਂ ਇਹ ਤਾਂ ਨਾਮ ਰੂਪੀ ਧਨ ਇਕੱਠਾ ਕਰਨਾ ਸੀ, ਪਰ ਇਹ ਤੇ ਤੂੰ ਗਵਾ ਦਿੱਤਾ ਇਸ ਪਾਸੇ ਆ ਕੇ। ਤੇ ਮਾਰੇ ਕਹਿੰਦੇ ਰੋਣਾ ਨਹੀਂ ਬੇਟਾ, ਇੱਕ ਤੂੰ ਹੀ ਦੁਖੀ ਨਹੀਂ ਹੈ। ਪੰਕਤੀ ਆਈ ਸੀ ਸਹੰਸਰ ਦਾਨ ਦੇ ਇੰਦਰ ਰੋਆਇਆ। ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ, ਉਹ ਬਾਣੀ 'ਚ ਕੀ ਪੰਕਤੀ ਵਿੱਚ ਇਸ਼ਾਰਾ ਕਰ ਰਹੇ ਨੇ, ਕਹਿੰਦੇ ਸਹੰਸਰ ਦਾਨ ਦੇ ਇੰਦਰ ਰੋਆਇਆ। ਕਹਿੰਦੇ ਨੇ ਹਜ਼ਾਰਾਂ ਤਰ੍ਹਾਂ ਦਾ ਹੀ ਦਾਨ ਕਰਕੇ ਇੰਦਰ ਨੂੰ ਫਿਰ ਵੀ ਰੋਣਾ ਪੈ ਗਿਆ। ਕਦੋਂ? ਜਦੋਂ ਉਹਨੇ ਕੀ ਕੀਤਾ, ਇੰਦਰ ਦਾ ਸਿੰਘਾਸਨ ਖੁੱਸ ਗਿਆ, ਉੱਥੇ ਜਾ ਨਹੀਂ ਸਕਦਾ, ਮੂੰਹ ਕਾਲਾ ਹੋ ਗਿਆ। ਜਦੋਂ ਉਸਨੇ ਕੀ ਕੀਤਾ, ਗੌਤਮ ਦੀ ਇਸਤਰੀ ਦੇ ਨਾਲ ਛਲ ਕੀਤਾ, ਤੇ ਫਿਰ ਉਹਨੂੰ ਲੁਕਣਾ ਪੈ ਗਿਆ। ਅੱਗੋਂ ਸ਼ਰਾਪ ਦਿੱਤਾ ਉਹਨੇ, ਕਹਿੰਦੇ ਇੱਕ ਭਾਗ ਵਾਸਤੇ ਤੂੰ ਗੱਲ ਕੀ ਆਪਣਾ ਮੂੰਹ ਕਾਲਾ ਕੀਤਾ ਹੈ, ਜਾਂ ਤੇਰੇ ਸਰੀਰ ਤੇ ਹਜ਼ਾਰਾਂ ਹੀ ਭਾਗਾਂ ਹੋ ਜਾਣ। ਪਿਆਰੀ ਸਾਧ ਸੰਗਤ ਇੰਨੀ ਕਰੂਪ ਦੇਹੀ ਬਣ ਗਈ, ਤੇ ਉਹਨੂੰ ਫਿਰ ਕੀ ਕੀਤਾ, ਉਹ ਕਮਲ ਦੇ ਫੁੱਲਾਂ ਦੇ ਵਿੱਚ ਜਾ ਕੇ ਉਹਨੂੰ ਲੁਕਣਾ ਪਿਆ ਪਾਣੀ ਵਿੱਚ, ਸਰੋਵਰ 'ਚ। ਦੇਵਲੋਕ ਸੁੰਨਾ ਹੋ ਗਿਆ, ਦੇਵਲੋਕ ਸੁੰਨਾ ਹੋ ਗਿਆ। ਤੇ ਉੱਥੇ ਫਿਰ ਗੱਲ ਕੀ, ਦੇਵਤੇ ਇਕੱਠੇ ਹੋ ਕੇ ਜਿਹੜੇ ਬ੍ਰਹਸਪਤੀ ਗੁਰੂ ਕੋਲ ਜਾਂਦੇ ਨੇ, ਮਹਾਰਾਜ ਜੀ ਸਾਡਾ ਤੇ ਰਾਜਾ ਹੀ ਨਹੀਂ ਲੱਭਦਾ ਪਿਆ। ਤੇ ਉਸ ਲਈ ਉਹਨੇ ਅੰਤਰ ਧਿਆਨ ਹੋ ਕੇ ਵੇਖਿਆ, ਕਹਿੰਦੇ ਨੇ ਕਿ ਤੁਸੀਂ ਇੱਥੇ ਰਹੋ, ਤੁਸੀਂ ਨਾ ਜਾਓ ਮੇਰੇ ਨਾਲ, ਮੈਂ ਜਾਣਾ। ਫਿਰ ਉਹ ਸਰੋਵਰ ਦੇ ਕੰਢੇ 'ਤੇ ਜਾ ਕੇ ਕਹਿੰਦੇ ਨੇ ਇੰਦਰ ਬਾਹਰ ਆ ਜਾ। ਕਹਿੰਦਾ ਗੁਰੂ ਜੀ ਮੈਂ ਆਪ ਜੀ ਤੋਂ ਮੈਂ ਬਹੁਤ ਹੀ ਬੇਮੁਖ ਹੋ ਗਿਆ, ਮੈਂ ਬਾਹਰ ਨਹੀਂ ਆ ਸਕਦਾ, ਕਿਉਂਕਿ ਮੇਰਾ ਸਰੀਰ ਜਿਹੜਾ ਹੈ ਬੜਾ ਗੰਦਾ ਹੈ, ਨਜ਼ਰ ਆ ਰਿਹਾ ਹੈ। ਉਹ ਕਹਿੰਦੇ ਨਹੀਂ, ਕਹਿੰਦੇ ਨੇ ਕਿ ਗੁਰੂ ਸਿੱਖ ਕੇ ਬੰਧਨ ਕਾਟੇ। ਮੈਂ ਇਹ ਪੰਕਤੀ ਵਿੱਚ ਰੱਖਣੀ ਸੀ, ਉਹ ਫਿਰ ਮੈਂ ਵਿੱਚ ਲਿਆ ਕੇ ਰੱਖਣ ਲੱਗਾ। ਕਹੀਂ ਕਹਿ ਦਿੰਦੇ ਆ, ਕਈ ਵਾਰੀ ਕਹਿੰਦੇ ਨੇ ਇਹ ਬਾਰ-ਬਾਰ ਬੋਲਦੇ ਨੇ ਗੁਰੂ ਸਿੱਖ ਕੇ ਬੰਧਨ ਕਾਟੇ। ਕਿੱਦਾਂ ਦੇ ਬੰਧਨ ਕਾਟੇ? ਹੁਣ ਜਿਸ ਵੇਲੇ ਕਹਿੰਦੇ ਜਿਹਨੇ ਤੈਨੂੰ ਸ਼ਰਾਪ ਦਿੱਤਾ ਤੈਨੂੰ ਉਹਦੇ ਕੋਲ ਲੈ ਕੇ ਜਾਣਾ ਹੈ। ਹੁਣ ਗੌਤਮ ਰਿਸ਼ੀ ਦੇ ਕੋਲ ਲੈ ਕੇ ਆਏ ਨੇ, ਕਹਿੰਦੇ ਨੇ ਆਪ ਰਿਸ਼ੀ ਹੋ, ਆਪ ਤੇ ਦਇਆਵਾਨ ਹੋ। ਇਹ ਜੀਵ ਜਿਹੜਾ ਹੈ ਮਾਇਆ ਦਾ ਪੁਤਲਾ ਹੈ, ਇਹ ਤਾਂ ਗਲਤੀ ਕਰਦਾ ਹੈ, ਇਹਨੇ ਗਲਤੀ ਕੀਤੀ ਹੈ। ਕਹਿੰਦੇ ਕਿਰਪਾ ਕਰੋ, ਇੱਥੇ ਹੁਣ ਆਪਣਾ ਸ਼ਰਾਪ ਜਿਹੜਾ ਇਹਨੂੰ ਬਦਲੋ, ਵਾਪਸ ਤੇ ਹੋਣਾ ਨਹੀਂਗਾ ਸ਼ਰਾਪ, ਇਹਨੂੰ ਬਦਲੋ। ਉਹਨਾਂ ਨੇ ਫਿਰ ਕੀ ਕੀਤਾ ਕਿ ਉਹਨੇ ਵਿਚਾਰ ਕੀਤੀ, ਕਹਿੰਦੇ ਨੇ ਕਿ ਦੇਵਲੋਕ ਦਾ ਕੰਮ ਠੱਪ ਪੈ ਗਿਆ। ਤੇ ਉਸ ਵੇਲੇ ਉਹਨੇ ਗੱਲ ਕੀ ਕੀਤਾ ਕਿ ਉਸ ਵੇਲੇ ਉਹਨੇ ਇਸ਼ਾਰਾ ਕੀਤਾ, ਕਹਿੰਦੇ ਨੇ ਗੌਤਮ ਰਿਸ਼ੀ ਨੇ ਕਿਹਾ, ਕਹਿੰਦੇ ਨੇ ਕਿ ਬ੍ਰਹਸਪਤੀ ਗੁਰੂ ਜੀ ਨੂੰ ਕਹਿੰਦੇ ਨੇ ਜੀ ਜਾਓ, ਮੈਂ ਸ਼ਰਾਪ ਬਦਲ ਤੇ ਸਕਦਾ ਨਹੀਂ, ਮਿਟਾ ਸਕਦਾ ਨਹੀਂ, ਬਦਲ ਦਿੰਦਾ ਇਹਨੂੰ। ਕਹਿੰਦੇ ਜਾਓ, ਇਹ ਅੱਖਾਂ ਦਾ ਰੂਪ ਬਣ ਜਾਣਗੇ। ਇਹ ਜਿਹੜਾ ਮੈਂ ਸ਼ਰਾਪ ਦਿੱਤਾ ਹੈ ਇਹ ਗੰਦਾ ਸ਼ਰਾਪ ਹੈ, ਇਹ ਅੱਖਾਂ ਬਣ ਜਾਣਗੀਆਂ। ਕਹਿੰਦੇ ਨੇ ਫਿਰ ਵੀ ਤੇਰਾ ਫਾਇਦਾ ਹੈ। ਉਹ ਉਂਗਲ ਕਰਕੇ ਕਹਿੰਦੇ ਨੇ ਬ੍ਰਹਸਪਤੀ ਗੁਰੂ ਨੂੰ, ਤੇ ਕਹਿੰਦੇ ਨੇ ਇੰਦਰ ਨੂੰ, ਕਹਿੰਦੇ ਨੇ ਫਿਰ ਵੀ ਇਹਦਾ ਫਾਇਦਾ ਹੈ। ਕਹਿੰਦੇ ਨੇ ਜਦੋਂ ਭਗਵਾਨ ਦੇ ਸਾਹਮਣੇ ਜਾਵੇਗਾ ਨਾ, ਤੇ ਸਾਰੇ ਭਗਵਾਨ ਨੂੰ ਦੂਹ ਅੱਖਾਂ ਨਾਲ ਵੇਖਦੇ ਨੇ, ਤੇ ਇਹਦੇ ਸਰੀਰ 'ਤੇ ਹਜ਼ਾਰਾਂ ਹੀ ਅੱਖਾਂ ਹੋ ਜਾਣਗੀਆਂ। ਇਹ ਹਜ਼ਾਰਾਂ ਅੱਖਾਂ ਦੇ ਨਾਲ ਹੀ ਵੇਖੇਗਾ, ਦਰਸ਼ਨ ਕਰੇਗਾ। ਹਜ਼ਰਤ ਬਾਹੂ ਨੇ ਕਿਹਾ ਨਾ, ਜੇ ਤਨ ਮੇਰਾ ਚਸ਼ਮਾ ਹੋਵੇ ਮੈਂ ਮੁਰਸ਼ਦ ਵੇਖ ਨਾ ਰੱਜਾ ਹੂੰ, ਲੂ ਲੂ ਦੇ ਵਿੱਚ ਲੱਖ ਲੱਖ ਚਸ਼ਮਾ, ਇੱਕ ਖੋਲਾਂ ਇੱਕ ਕੱਜਾਂ ਹੂੰ, ਇਸ ਤਰ੍ਹਾਂ ਡਿੱਠਿਆ ਸਫਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂੰ। ਕਹਿੰਦੇ ਮੁਰਸ਼ਦ ਦਾ ਦੀਦਾਰ ਹੈ ਬਾਹੂ,
ਮੈਨੂੰ ਲੱਖ ਕਰੋੜਾਂ ਹੱਜਾਂ ਹੋ। ਕਹਿੰਦੇ ਸਤਿਗੁਰ ਦਾ ਦੀਦਾਰ, ਮੁਰਸ਼ਿਦ ਦਾ ਦੀਦਾਰ, ਲੋਕ ਕਿਤੇ ਕਾਬੇ ਜਾਂਦੇ ਹੱਜ ਕਰਨੇ, ਕਹਿੰਦੇ ਮੈਨੂੰ ਇੱਥੇ ਹੱਜ ਹੋ ਜਾਏਗਾ। ਪਿਆਰੀ ਸਾਧ ਸੰਗਤ, ਹੁਣ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਜਾਣ ਵਾਲਾ ਹੈ, ਇਹ ਤੁਰਨ ਵਾਲਾ ਹੈ। ਇੱਥੇ ਮਹਾਰਾਜ ਲਿਖਦੇ ਨੇ ਬਾਰੇ ਬੂੜੇ ਤੁਰਨੇ ਭਈਆ ਸਾਬੂ ਜਮ ਲੈ ਜਈਆ ਰੇ। ਕਹਿੰਦੇ ਨੇ ਇੱਥੇ ਬੇਟਾ ਨਾ ਬੱਚੇ ਦਾ ਖਿਆਲ ਕਰਦਾ ਜਮ, ਨਾ ਉਹ ਬੁੱਢੇ ਦਾ ਖਿਆਲ ਕਰਦਾ ਏ, ਨਾ ਉਹ ਜਵਾਨ ਦਾ ਖਿਆਲ ਕਰਦਾ ਏ। ਇਹ ਕਹਿੰਦੇ ਇੱਥੋਂ ਜਦੋਂ ਸੱਦਾ ਆ ਗਿਆ ਜਾਣਾ ਪੈਣਾ ਹੈ, ਇਹ ਦੁੱਖ ਤੈਨੂੰ ਨਹੀਂ ਗਾ। ਅਖੀਰ 'ਚ ਮਾਰੀ ਕਹਿੰਦੇ ਨੇ ਨਾਰੋ ਬਾਲੜੀਏ ਇਹ ਦੁਖੀਆ ਸਭ ਸੰਸਾਰ, ਨਾਰੋ ਬਾਲੜੀਏ ਇਹ ਦੁਖੀਆ ਸਭ ਸੰਸਾਰ, ਨਾਰੋ ਬਾਲੜੀਏ ਦੁਖੀਆ ਸਭ ਸੰਸਾਰ, ਨਾਰੋ ਬਾਲੜੀਏ ਇਹ ਦੁਖੀਆ ਸਭ ਸੰਸਾਰ, ਨਾਰੋ ਬਾਲੜੀਏ ਇੱਥੇ 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 ਦੁਖੀਆ ਸਭ ਸੰਸਾਰ, 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 ਨਾਰੋ ਬਾਲੜੀਏ 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 ਇੱਥੇ ਦੁਖੀਆ ਸਭ ਸੰਸਾਰ। ਕਹਿੰਦੇ ਸੰਸਰਦਾਨ ਦੇ ਅੰਦਰ ਆਇਆ, ਪਰਸਰਾਮ ਰੋਵੇ ਘਰ ਆਇਆ। ਜਦੋਂ ਪਰਸਰਾਮ ਦੇ ਨੂੰ ਪਤਾ ਲੱਗ ਗਿਆ ਰਾਮਾ ਅਵਤਾਰ ਪੈਦਾ ਹੋ ਗਿਆ ਏ, ਮੇਰੀਆਂ ਭੁਜਾਵਾਂ ਦਾ ਬਲ ਖੀਣ ਹੋ ਗਿਆ, ਤੇ ਉਸ ਵੇਲੇ ਗੱਲ ਕੀ ਉਹਨਾਂ ਨੇ ਕੀ ਕੀਤਾ, ਆਪਣਾ ਤੀ ਕਮਾਨ ਦਿੱਤਾ ਤੇ ਉਹਨਾਂ ਕਿਹਾ ਮੈਂ ਪਹਿਲਾਂ ਪਰਖ ਦੇ ਲਵਾਂ, ਪੈਦਾ ਹੋ ਵੀ ਗਿਆ ਰਾਮ, ਇਹ ਉਹੀ ਰਾਮ ਹੈ। ਉਹਨਾਂ ਕਿਹਾ ਇਹਨੂੰ ਚਿੱਲਾ ਚੜਾ ਦਿਓ, ਛੱਡ ਦਿਓ ਬਾਣ। ਕਹਿੰਦੇ ਨੇ ਮੈਂ ਕਿੱਧਰ ਨੂੰ ਛੱਡਾਂ, ਕਹਿੰਦੇ ਦੱਖਣ ਦਿਸ਼ਾ ਨੂੰ ਵੀ ਛੱਡ ਦਿਓ। ਜਦੋਂ ਚਿੱਲਾ ਚੜ੍ਹ ਗਿਆ ਤੇ ਉਹਨੂੰ ਪਤਾ ਸੀ ਕਿ ਮੇਰਾ ਜਿਹੜਾ ਧਨੁਸ਼ ਬਾਣ ਹੈ ਇਸ 'ਤੇ ਕੋਈ ਗੱਲ ਕੀ ਕੋਈ ਇਹ ਬਾਣ ਨਹੀਂ ਚੜਾ ਸਕਦਾ, ਬੜਾ ਹੈਵੀ ਸੀ। ਤੇ ਉਸ ਨੇ ਗੱਲ ਕੀ ਫਿਰ ਉਹਨੂੰ ਸਮਝ ਆ ਗਈ, ਉਸ ਲਈ ਉਹਨੇ ਕੀ ਕੀਤਾ, ਪਰਸਾ ਛੱਡ ਦਿੱਤਾ ਹੈ, ਆਪ ਸਮੇਰੂ ਪਰਬਤ 'ਤੇ ਜਾ ਕੇ ਫਿਰ ਉਹ ਤਪੱਸਿਆ ਕਰਨ ਲੱਗ ਪਿਆ। ਤੇ ਇੱਥੇ ਪੰਕਤੀ ਦਿੱਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ, ਕਹਿੰਦੇ ਸੰਸਰਦਾਨ ਦੇ ਅੰਦਰ ਆਇਆ, ਪਰਸੁਰਾਮ ਰੋਵੇ ਘਰ ਆਇਆ। ਕਹਿੰਦੇ ਨੇ ਕਿ ਅੱਗੇ ਫਿਰ ਅੱਗੇ ਅਜਰਸ ਰਾਜੇ ਦੀ ਗੱਲ ਆਉਂਦੀ ਹੈ, ਅਜਸ ਰੋਵੇ ਭੀਖਿਆ ਖਾਏ। ਇਹ ਭਗਵਾਨ ਰਾਮ ਦਾ ਦਾਦਾ ਸੀ ਅਜਸ। ਤਬੇਲੇ ਵਿੱਚ ਹੈ, ਇੱਕ ਇੱਕ ਸਾਖੀ ਦੇ ਨਾਲ, ਇੱਕ ਪੰਕਤੀ ਨਾਲ ਸਾਖੀ ਚੱਲਦੀ ਹੈ। ਇਹ ਤਬੇਲੇ ਵਿੱਚ ਸੀ, ਤਬੇਲੇ ਵਿੱਚ ਜਾ ਕੇ ਤੇ ਉਹ ਜੰਗਲ ਵਿੱਚੋਂ ਆਉਂਦਾ ਸੀ ਮਹਾਂਪੁਰਖ, ਉਹ ਇੱਕੋ ਘਰ ਮੰਗਦਾ ਸੀ। ਉਹਨੇ ਕਿਹਾ ਅੱਜ ਰਾਜੇ ਦੀ ਵਾਰੀ, ਅੱਜ ਰਾਜੇ ਨੂੰ ਅੱਜ ਕੱਲ੍ਹ ਕੀ ਰਾਜੇ ਕੋਲ ਜਾਣਾ ਹੈ। ਤੇ ਉਹ ਰਾਜਾ ਪੁੱਛਿਆ ਜੀ ਕਿੱਥੇ ਹੈ, ਉਹ ਜੰਗਲ 'ਚ ਗਿਆ ਹੋਇਆ ਸੀ ਤਬੇਲੇ 'ਚ। ਉਹਨੇ ਜਾ ਕੇ ਉੱਥੇ ਸਦਾ ਕੀਤੀ। ਉਹਨੇ ਕੀ ਕੀਤਾ, ਬੁੱਕ ਭਰ ਕੇ ਕੀ ਕੀਤਾ, ਉਹਦੀ ਝੋਲੀ 'ਚ ਪਾ ਦਿੱਤੀ। ਇੱਕ ਰਾਜੇ ਦੀ ਬੁੱਧੀ ਫਿਰ ਗਈ, ਅਜਸ ਰੋਵੇ। ਫਿਰ ਜਦੋਂ ਗੱਲ ਕੀ ਉਹਨੂੰ ਗੱਲ ਕੀ ਪਤਾ ਲੱਗਾ, ਜਦੋਂ ਉਹਨੇ ਬੜੀ ਲੰਮੀ ਗੱਲ ਹੈ ਅੱਗੇ ਸੁਣਾਈ ਵੀ ਹੈ, ਪਤਾ ਲੱਗਾ ਤੇ ਉਹਨੇ ਕਿਹਾ ਪਾਣੀ ਪੀਣ ਗਿਆ ਉਹਦੇ ਆਸ਼ਰਮ ਦੇ ਉੱਤੇ ਸ਼ਿਕਾਰ ਕਰਦਾ ਕਰਦਾ। ਉਹਨੇ ਕਿਹਾ ਮਹਾਰਾਜ ਇੱਥੇ ਤੁਸੀਂ ਘੋੜੇ ਰੱਖੇ ਹੋਏ ਨੇ? ਕਹਿੰਦੇ ਨਹੀਂ। ਕਹਿੰਦੇ ਲਿੱਦ ਕਿੱਥੋਂ ਆ ਗਈ, ਐਡਾ ਵੱਡਾ ਢੇਰ ਹੈ।
ਕਹਿੰਦੇ ਨੇ ਕਿ ਇਹ ਅਜਰਸ ਰਾਜਾ ਹੋਇਆ ਹੈ, ਉਹ ਉਸਨੇ ਦਾਨ ਕੀਤਾ ਇੱਕ ਬੁੱਕ। ਕਹਿੰਦਾ ਇੱਕ ਬੁੱਕ ਤੋਂ ਏਡਾ ਬੜਾ ਢੇਰ ਬਣ ਗਿਆ? ਕਹਿੰਦੇ ਹਾਂਜੀ। ਉਹ ਰੋ ਪਿਆ। ਕਹਿੰਦਾ ਜੀ ਮੈਂ, ਕਹਿੰਦੇ ਮੇਰੀ ਮਤੀ ਮਾਰੀ ਗਈ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਰਸਤਾ ਦਿਓ, ਮੈਨੂੰ ਕੋਈ ਸਿੱਖਿਆ ਦਿਓ, ਜਿਸ ਤਰੀਕੇ ਨਾਲ ਬਚ ਜਾਵਾਂ ਮੈਂ। ਉਹਨਾਂ ਕਿਹਾ ਵੀ ਆਪਣੀ ਨਿੰਦਿਆ ਕਰਾ। ਕਰਦੇ ਆ ਨਿੰਦਿਆ ਬੀਬੀ ਖਾਮ ਖਾਈ, ਬੰਦੇ ਵੀ ਕਰਦੇ ਨੇ, ਇਹ ਨਹੀਂ ਤੁਹਾਡੇ ਸਿਰ 'ਤੇ ਇਲਜ਼ਾਮ ਹੈ, ਤੁਸੀਂ ਜਿਹੜਾ ਥੋੜ੍ਹੀ ਜ਼ਿਆਦਾ ਕਰ ਲੈਂਦੀਆਂ ਜੇ ਖਾਮ ਖਾਈ। ਪਰ ਇਹ ਨਿੰਦਿਆ ਇੱਕ ਐਸੀ ਚੀਜ਼ ਹੈ ਜਿਹਨੂੰ ਬੜੀ ਸਾਡੀ ਜ਼ੁਬਾਨ ਨੂੰ ਮਿੱਠੀ ਲੱਗਦੀ ਹੈ। ਅਸੀਂ ਗੱਲ ਨਾ ਕਰ ਲਈਏ ਕਈ ਵਾਰੀ ਵਧਾ ਚੜਾ ਕੇ, ਤੇ ਸਾਨੂੰ ਗੱਲ ਕੀ ਹੈ, ਰਾਤ ਨੀਂਦਰ ਵੀ ਨਹੀਂ ਆਉਂਦੀ। ਉਸ ਨੇ ਕਿਹਾ ਨਿੰਦਿਆ ਕਰਾਓ, ਉਹਨੇ ਨਿੰਦਿਆ ਕਰਾਈ ਤੇ ਬੋਕੀ ਰਹਿ ਗਈ, ਇੱਕ ਘਟਦੀ ਨਹੀਂ ਸੀ ਹੈਗੀ। ਉਹਨੇ ਕਿਹਾ ਭਈ ਹੁਣ ਇਹ ਤਾਂ ਘਟ ਨਹੀਂ ਰਹੀ ਹੈਗੀ। ਉਹਨੇ ਕਿਹਾ ਵੀ ਇੱਦਾਂ ਕਰੋ, ਹੋਰ ਕੋਈ ਤਰੀਕਾ ਨਹੀਂ ਹੈਗਾ, ਇਹਨੂੰ ਸਾੜ ਕੇ ਸਵਾਹ ਬਣਾ ਕੇ ਆਪਣੇ ਖਾਣੇ 'ਚ ਲਾ ਕੇ ਥੋੜ੍ਹੀ ਜਿਹੀ ਖਾ ਲਿਆ ਕਰੋ। ਜਿਸ ਲਈ ਇੱਕ ਰਾਜਾ ਹੋ ਕੇ ਇੱਕ ਲਿੱਦ ਨੂੰ ਸਾੜ ਕੇ ਸਵਾਹ ਪਾ ਕੇ ਗੱਲ ਕੀ ਉਹ ਖਾਣੇ 'ਚ ਲੱਗਾ ਖਾਣ, ਉਹਦੀਆਂ ਅੱਖਾਂ 'ਚੋਂ ਜਲ ਨਿਕਲ ਆਇਆ। ਇੱਥੇ ਧੰਨ ਗੁਰੂ ਨਾਨਕ ਦੇਵ ਮਾਰੇ ਕਹਿੰਦੇ ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਕਹਿੰਦੇ ਬਚ ਕੋਈ ਨਹੀਂ ਸਕਦਾ ਦਰਗਾਹ ਵਿੱਚੋਂ। ਬਾਲੀ ਰੋਵੇ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਇੱਥੇ ਅਖੀਰਲੀ ਪੰਕਤੀ ਵਿੱਚ ਜਾ ਕੇ ਫਿਰ ਗੱਲ ਕੀ ਉਹ ਕਹਿੰਦੀ ਹੈ, ਬਾਲੀ ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਕਹਿੰਦੇ ਨੇ ਉਹ ਕਹਿੰਦੇ ਜਦੋਂ ਗੱਲ ਕੀ ਇੱਕ ਦੁਆਪਰ ਯੁੱਗ ਦਾ ਭਗਵਾਨ ਜੋ ਅੰਗ ਸੰਗ ਰਹਿੰਦਾ ਸੀ ਹਰ ਵੇਲੇ, ਤੇ ਕਹਿੰਦੇ ਕਿ ਉਹ ਵੀ ਗੱਲ ਕੀ ਹੈ, ਪਾਂਡਵ ਰੋ ਪਏ ਜਦੋਂ ਜੰਗਲਾਂ ਵਿੱਚ ਜਾ ਕੇ ਉਹਨੂੰ ਬਨਵਾਸ ਮਿਲਿਆ ਤੇ ਦਰ ਜਾ ਕੇ ਉਹਨਾਂ ਠੋਕਰਾਂ ਖਾਣੀਆਂ ਪਈਆਂ। ਰੋਏ ਪਾਂਡਵ ਭਏ ਮਜੂਰ, ਜਦੋਂ ਮਜ਼ਦੂਰੀ ਕੀਤੀ ਜਾ ਕੇ ਉਹਨਾਂ ਨੇ ਰਾਜੇ ਦੇ ਕੋਲ ਜਾ ਕੇ, ਤੇ ਫਿਰ ਉਹਨਾਂ ਨੂੰ ਗੱਲ ਕੀ ਉੱਥੇ ਰੋਣਾ ਪਿਆ ਵੀ ਅੱਗੇ ਮਾਲਕ ਸੀ, ਹੁਣ ਨੌਕਰ ਬਣ ਗਏ। ਪਿਆਰੀ ਸਾਧ ਸੰਗਤ, ਇਹ ਸੰਸਾਰ ਸਾਗਰ ਵਿੱਚ ਆ ਕੇ ਕੀ ਕਰਨਾ ਹੈ, ਅਸੀਂ ਉਹ ਵਸਤੂ ਇਕੱਠੀ ਕਰਨੀ ਹੈ ਜਿਹੜੀ ਸਾਡੀ ਆਪਣੀ ਬਣ ਜਾਵੇ। ਹੱਥੋਂ ਕੁਝ ਦਿੱਤਾ ਹੋਇਆ ਦਾਨ, ਮੈਂ ਤੇ ਕਹਿੰਦਾ ਦਾਨ ਵੀ ਨਹੀਂ ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰੋਗੇ ਤੇ ਬਚ ਜਾਵੋਗੇ। ਕਈ ਵਾਰੀ ਕੀ ਹੁੰਦਾ ਹੈ, ਚੰਗੇ ਕਰਮ ਕਰਦਿਆਂ ਕੀ ਹੈ, ਬੰਦਗੀ ਕਰਦਿਆਂ ਬੰਦਾ ਸਿਖਰ 'ਤੇ ਪਹੁੰਚ ਜਾਂਦਾ ਹੈ, ਹੁਣ ਇਹਦੀ ਮੁਕਤੀ ਹੋਣੀ ਹੈ, ਇਹਦਾ ਜਨਮ ਖਤਮ ਹੋ ਗਿਆ, ਜਨਮ ਮਰਨ ਤੋਂ ਰਹਿਤ ਹੋ ਜਾਵੇਗਾ। ਪਰ ਕਈ ਵਾਰੀ ਦਿੱਤਾ ਹੈ ਦਾਨ ਮੁੜ ਕੇ ਲੈਣਾ ਪੈਂਦਾ ਆਣ ਕੇ, ਫਿਰ ਮੁੜ ਕੇ ਦਾਨ ਲੈਣ ਵਾਸਤੇ ਜਨਮ ਲੈਣਾ ਹੈ। ਜਦੋਂ ਧਰਤੀ 'ਤੇ ਆ ਕੇ ਦਾਨ ਫਿਰ ਜਨਮ ਲਏਗਾ, ਫਿਰ ਕੋਈ ਮਾੜਾ ਕਰਮ ਹੋ ਗਿਆ, ਅੱਗੋਂ ਫਿਰ ਕਰਮਾਂ ਦਾ ਜਾਲ ਸ਼ੁਰੂ ਹੋ ਜਾਣਾ ਹੈ। ਇਹੋ ਜਿਹਾ ਪਚੀਦਾ ਗੱਲ ਕੀ ਸੰਸਾਰ ਦਾ ਇੱਕ ਖੇਲ ਹੈ। ਇਸ ਕਰਕੇ ਪਿਆਰੀ ਸਾਧ ਸੰਗਤ, ਇਹ ਮਨੁੱਖੀ ਜਨਮ ਹੈ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸਮਝਾਇਆ ਤੇ ਉਹਨੂੰ ਸਮਝ ਆ ਗਈ। ਉਹ ਕਹਿੰਦੀ ਹੈ ਪਿਤਾ ਜੀ ਤੁਹਾਡਾ, ਮੈਂ ਤਾਂ ਚੁੱਪ ਕਰ, ਮੈਨੂੰ ਹੌਂਸਲਾ ਹੋ ਸਕਦਾ ਹੈ, ਚੁੱਪ ਕਰ ਸਕਦੀ ਹਾਂ, ਮੈਨੂੰ ਹੌਂਸਲਾ ਤਾਂ ਹੋਵੇਗਾ ਜੇ ਤੁਹਾਡਾ ਹੱਥ ਸਦਾ ਹੀ ਮੇਰੇ ਸਿਰ 'ਤੇ ਰਹੇਗਾ। ਕਈ ਮੂਰਖ ਪਤਾ ਕੀ ਕਹਿੰਦੇ ਨੇ, ਕੀ ਕਹਿ ਦਿੰਦੇ ਨੇ, ਕਹਿੰਦੇ ਨੇ ਜਨਾਨੀਆਂ ਦੇ ਗੁਰੂ ਬਣ ਗਏ ਨੇ। ਪਿਆਰੀ ਸਾਧ ਸੰਗਤ, ਜਨਾਨੀ ਨੇ ਤਾਂ ਜਨਮ ਦਿੱਤਾ ਹੈ, ਕਿਸੇ ਮਰਦ ਦੇ ਪੇਟ ਕਿਉਂ ਨਹੀਂ ਜਨਮ ਲਿਆ? ਜਨਾਨੀ ਦੇ ਕੋਲੋਂ ਜਨਮ ਲਿਆ, ਫਿਰ ਜਨਾਨੀ ਪੇਟ ਜਨਮ ਲੈ ਕੇ ਜਨਾਨੀ ਦਾ ਗੱਲ ਕੀ ਮੂੰਹ 'ਚ ਗੱਲ ਕੀ ਦੁੱਧ ਪੀਤਾ ਜੀ, ਫਿਰ ਜਨਾਨੀ ਨੇ ਖਾਣਾ ਸਿਖਾਇਆ, ਜਨਾਨੀ ਨੇ ਗੱਲ ਕੀ ਨੂੰ ਪਹਿਨਣਾ ਸਿਖਾਇਆ, ਫਿਰ ਉਸਨੇ ਗੱਲ ਕੀ ਕੀਤਾ। ਇਸ ਤੋਂ ਬਾਅਦ ਮੁੜ ਕੇ ਫਿਰ ਕੀ ਕੀਤਾ, ਮੁੜ ਕੇ ਜੋ ਵੱਡਾ ਹੋਇਆ ਫਿਰ ਜਨਾਨੀ ਨਾਲ ਵਿਆਹ ਕਰਾਇਆ, ਵਿਆਹ ਕਰਾ ਕੇ ਮੁੜ ਕੇ ਫਿਰ ਜਨਾਨੀ ਦੇ ਨਾਲ ਹੀ ਗੱਲ ਕੀ ਇਹ ਸੰਸਾਰੀ ਖੇਡ ਖੇਡਿਆ, ਤੇ ਫਿਰ ਜਨਾਨੀ ਸੇਵਾ ਕਰਦੀ ਹੈ, ਇਹਦਾ ਬਿਸਤਰਾ ਜਨਾਨੀ ਚੁੱਕਦੀ ਹੈ, ਰੋਟੀ ਇਹਦੀ ਜਨਾਨੀ ਬਣਾਉਂਦੀ ਹੈ। ਤੇ ਕਈ ਮੂਰਖ ਪਤਾ ਕੀ ਕਹਿ ਦਿੰਦੇ ਨੇ, ਕਈ ਮੂਰਖ ਕਹਿੰਦੇ ਜਨਾਨੀਆਂ ਦੇ ਗੁਰੂ ਨੇ, ਤੇ ਜਨਾਨੀਆਂ ਪਿੱਛੇ ਗੱਲ ਕੀ, ਇੱਕ ਪਿੰਡ ਛੱਡ ਕੇ ਕਈ ਪਿੰਡ ਤੁਰੇ ਫਿਰਦੇ ਰਹਿੰਦੇ ਨੇ। ਕੋਈ ਲਾਰਾ ਲਾ ਜਾਏਗਾ ਜਾਂ ਕੋਈ ਪਿਆਰ ਨਾਲ ਵੇਖ ਜਾਵੇ ਤੇ ਉਹ ਜਨਾਨੀ ਪਿੱਛੇ ਤੁਰੇ ਫਿਰ ਭੱਜਾ ਫਿਰਦਾ, ਮੋਇਆ ਗਿਆ। ਇਸ ਕਰਕੇ ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਕੀਤਾ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ। ਕਹਿੰਦੇ ਨੇ ਉਸ ਨੂੰ ਮਾੜਾ ਕਿਉਂ ਕਹਿਣਾ ਜਿੱਦਾਂ ਜਿਹਨੇ ਬੜੇ ਵੱਡੇ ਰਾਜੇ ਮਹਾਰਾਜੇ ਪੈਦਾ ਕਰਦੀ ਹੈ, ਫਿਰ ਸੰਤ ਫਕੀਰ ਪੈਦਾ ਕਰਦੀ ਹੈ। ਉਹ ਮਾਂ ਕਿਉਂ ਮਾੜੀ ਹੈ, ਉਹ ਇਸਤਰੀ ਕਿਉਂ ਮਾੜੀ ਹੈ?
ਅਸਲ ਵਿੱਚ ਉਹ ਇੱਥੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਬਾਲਕ ਰੂਪ ਵਿੱਚ ਉਸ ਨੂੰ ਗੱਲ ਕਿਉਂ ਨੇ ਕਿਹਾ, ਬਾਲੀ ਰੋਏ ਨਾਏ ਪਧਾਰ ਨਾਨਕ ਦੁਖੀਆ ਸਭ ਸੰਸਾਰ। ਬਾਲੀ ਰੋਂਦੀ ਹੈ ਮੇਰਾ ਪਧਾਰ ਨਹੀਂ, ਮੇਰਾ ਆਦਮੀ, ਮੇਰਾ ਪਤੀ ਨਹੀਂ ਹੈ ਰਿਹਾ। ਉੱਥੇ ਫਿਰ ਸਮਝਾਇਆ, ਮਰਦਾਨੇ ਦੀ ਸਮਝਾਉਣੀ ਕੁਛ ਹੋਰ ਸੀ, ਬਾਲੇ ਦੀ ਕੁਛ ਹੋਰ ਸੀ, ਪਰ ਗੁਰੂ ਦੀ ਸਮਝਾਉਣੀ ਜਿਹੜੀ ਹੈ ਉਹ ਗਿਆਨਮਈ ਹੁੰਦੀ ਹੈ, ਉਹ ਸੰਸਾਰ ਸਾਗਰ ਤੋਂ ਉਤਾਰਨ ਵਾਲੀ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਸੰਸਾਰ ਸਾਗਰ 'ਚ ਉਤਾਰਿਆ। ਤੋ ਪਿਆਰੀ ਸਾਧ ਸੰਗਤ, ਸਮਾਂ ਜ਼ਿਆਦਾ ਹੋ ਗਿਆ ਅੱਜ, ਤੋ ਥੋੜ੍ਹਾ ਸਮਾਂ ਕੱਢ ਕੇ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਸੇਵਾ ਕਰੋ, ਸਰੀਰ ਨਾਲ ਜਿੰਨੀ ਹੋ ਸਕੇ ਕਿਸੇ ਦਾ ਭਲਾ ਕਰੋ, ਜਿੰਨਾ ਹੋ ਸਕੇ ਹੈ ਭਲਾ ਕਰੋ। ਇਹ ਦਾਨ ਨੂੰ ਉੱਚਾ ਕੰਮ ਹੈ, ਸੇਵਾ ਕਰਨੀ, ਭਲਾ ਕਰਨਾ। ਜਿਹੜਾ ਦਾਨ ਕਰਨਾ ਹੈ ਇਹ ਮਾੜਾ ਹੈ, ਪਰ ਇਹ ਜੀਵ ਜਿਹੜਾ ਹੈ ਇਹ ਗਰੀਬ ਕਿਉਂ ਹੈ? ਪਿਛਲੇ ਜਨਮ 'ਚ ਕਿਸੇ ਨੇ ਦਾਨ ਹੀ ਨਹੀਂ ਕੀਤਾ, ਸੇਵਾ ਹੀ ਨਹੀਂ ਕਿਸੇ ਦੀ ਕੀਤੀ। ਇਹ ਗੁਰੂ ਦਾ ਸਾਰਿਆਂ ਨੂੰ ਗੱਲ ਕੀ, ਸਾਰਿਆਂ ਵਿੱਚ ਗੁਰੂ ਦਾ ਸਮਝ ਕੇ ਦੀ ਸੇਵਾ ਕਰੇ, ਇੱਥੇ ਬਚਾ ਹੈ। ਇਹ ਕਿਹਾ ਮੇਰੇ ਗੁਰੂਆਂ ਦੀਆਂ ਰੂਹਾਂ ਨੇ ਸਾਰੀਆਂ ਹੀ। ਜਦੋਂ ਇਹ ਇੰਨੀ ਗੱਲ ਕਰਕੇ ਉਹਨਾਂ ਦੀ ਸੇਵਾ ਕਰਦਾ ਹੈ, ਫਿਰ ਉਹ ਦਾਨ ਨਹੀਂ ਕਹਿਲਾਉਂਦਾ, ਉਹ ਤਾਂ ਸੇਵਕ ਬਣ ਗਿਆ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਬੋਲੋ ਸ਼੍ਰੀ ਸਤਿਗੁਰੁਦੇਵ ਮਹਾਰਾਜ ਕੀ ਜੈ।